ਸੁਪਤ ਬੰਦ ਰਾਮਦਾਸ ਅਰਜਨ ਗੁਰੂ ਬਾਸਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨੇ ਅਰਵਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਨਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਤਿਹ ਸ਼ਾਹ ਭਾਜਿਓ ਵਿਖਿਓ ਹਰੀ ਚੰਦ ਚੰਦੇਲ ਚਕ੍ਰਿਤ ਚਿਤ ਚੌਂਪਿਓ ਜਪਿਓ ਗਹੇ ਹਾਥ ਮਹਸੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਸਨਮਾਨਯੋਗ ਭਾਈ ਇੰਦਰਜੀਤ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਉਹਨਾਂ ਤੋਂ ਪਹਿਲਾਂ ਪੰਥ ਪ੍ਰਸਿੱਧ ਢਾਡੀ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਸੋਭ ਦੇ ਜਥੇ ਪਾਸੋਂ ਔਰ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਦੇ ਆਪ ਜੀ ਨੇ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਭੰਗਾਣੀ ਸਾਹਿਬ ਲੈ ਚਲੀਏ। ਭੰਗਾਣੀ ਦੇ ਜੰਗ ਦੀ ਕਥਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਪੂਰੇ ਵਿਸਥਾਰ ਦੇ ਨਾਲ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਵੀ ਚੂੜਾਮਣੀ ਜੀ ਨੇ ਇਹ ਕਥਾ ਲਿਖੀ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਬਾਕੀ ਪ੍ਰਾਤਨ ਗ੍ਰੰਥਾਂ ਵਿੱਚ ਵੀ ਇਸ ਦਾ ਹੋਰ ਵੀ ਜ਼ਿਕਰ ਆਉਂਦਾ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪ ਵੀ ਬਚਿੱਤਰ ਨਾਟਕ ਦੇ 8ਵੇਂ ਅਧਿਆਏ ਵਿੱਚ ਇਸ ਕਥਾ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਕਵੀ ਸੈਨਾਪਤੀ ਜੀ ਨੇ ਗੁਰਸੋਭਾ ਗ੍ਰੰਥ ਵਿੱਚ ਜ਼ਿਕਰ ਕੀਤਾ। ਫਿਰ ਭਾਈ ਕੋਇਲ ਸਿੰਘ ਜੀ ਨੇ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਜ਼ਿਕਰ ਕੀਤਾ। ਫਿਰ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਜੀ ਨੇ, ਸਰੂਪਦਾਸ ਜੀ ਭੱਲਾ ਜੀ ਨੇ ਮਹਿਮਾ ਪ੍ਰਕਾਸ਼ ਵਿੱਚ, ਭਾਈ ਸਾਹਿਬ ਸੁਖਾ ਸਿੰਘ ਜੀ ਦਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਨੇ ਗੁਰਬਿਲਾਸ ਵਿੱਚ, ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ, ਤਵਾ ਜੀ ਗੁਰੂ ਖਾਲਸੇ ਵਿੱਚ, ਭਾਈ ਵੀਰ ਸਿੰਘ ਜੀ ਨੇ ਗੁਰੂ ਕਲਗੀਧਰ ਚਮਤਕਾਰ ਵਿੱਚ ਇਹ ਸਾਰੀ ਕਥਾ ਵਿਸਥਾਰ ਨਾਲ ਲਿਖੀ ਹੈ। ਪਰ ਜਿੰਨੇ ਵਿਸਥਾਰ ਨਾਲ ਵੇਰਵੇ ਸਹਿਤ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ, ਦੂਸਰਿਆਂ ਦੇ ਹਿੱਸੇ ਇਹ ਗੱਲ ਨਹੀਂ ਆਈ। ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਿਤਾ ਜੀ ਨੇ ਬਖਸ਼ਿਸ਼ ਕਰਕੇ ਇਤਿਹਾਸ ਕਵੀ ਜੀ ਤੋਂ ਲਿਖਵਾਇਆ ਸੀ। ਆਓ ਸਰਵਣ ਕਰੀਏ ਮੈਦਾਨੇ ਜੰਗ ਦੇ ਵਿੱਚ ਕੀ ਕੁਝ ਵਰਤ ਰਿਹਾ ਹੈ। ਪਿਆਰ ਸੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਤਿਹ ਸ਼ਾਹ ਭਾਜਿਓ ਵਿਖਿਓ। ਜਦੋਂ ਰਾਜਾ ਫਤਿਹ ਸ਼ਾਹ ਡਰ ਕੇ ਪਿੱਛੇ ਭੱਜ ਗਿਆ ਤੇ ਸੂਰਮਿਆਂ ਨੇ ਵੇਖਿਆ, ਹਰੀ ਚੰਦ ਚੰਦੇਲ ਹਰੀ ਚੰਦ ਚੰਦੇਲੀਏ ਨੇ ਜਦੋਂ ਵੇਖਿਆ, ਚਕ੍ਰਿਤ ਚਿਤ ਚੌਂਪਿਓ ਜਪਿਓ। ਰਾਜਾ ਹਰੀ ਚੰਦ ਬੜਾ ਹੈਰਾਨ ਹੋਇਆ। ਉਸ ਨੂੰ ਇਸ ਗੱਲ ਤੇ ਬੜਾ ਗੁੱਸਾ ਚੜਿਆ ਵੀ ਛੇੜ ਤਾਂ ਰਾਜੇ ਫਤਿਹ ਸ਼ਾਹ ਨੇ ਛੇੜੀ ਸੀ ਤੇ ਆਪ ਸਾਨੂੰ ਅੱਗੇ ਕਰਕੇ ਪਿੱਛੇ ਹਟ ਰਿਹਾ ਹੈ। ਕਹੇ ਹਾਥ ਮਹਸੇਲ ਹਾਥ ਵਿੱਚ ਸੇਲਾ ਫੜ ਕੇ ਮੈਦਾਨੇ ਜੰਗ 'ਚ ਆ ਗਿਆ ਹਰੀ ਚੰਦ। ਪ੍ਰਸਾਵਲ ਛੰਦ ਦਇਆ ਰਾਮ ਬੀਰੰ। ਇਹ ਤਾਂ 10ਵੇਂ ਪਾਤਸ਼ਾਹ ਜੀ ਦਾ ਸੂਰਬੀਰ ਯੋਧਾ ਪੰਡਿਤ ਦਇਆ ਰਾਮ ਨਦਨ ਚੰਦ ਧੀਰੰ ਔਰ ਆਨੰਦ ਚੰਦ ਗੁਰੂ ਦਾ ਦੀਵਾਨ ਬੜੀ ਧੀਰਜ ਨਾਲ ਲੜ ਰਹੇ ਸਨ। ਕੁਪਿਓ ਗੰਗ ਰਾਮੰ
ਔਰ ਗੁਰੂ ਸਾਹਿਬ ਜੀ ਦੀ ਭੂਆ ਦਾ ਛੋਟਾ ਪੁੱਤਰ ਗੰਗਾ ਰਾਮ ਵੀ ਬੜੀ ਬਹਾਦਰੀ ਨਾਲ ਲੜ ਰਿਹਾ ਸੀ। ਗੁਲਾਬੰ ਸੁਨਾਮੰ ਔਰ ਗੁਲਾਬ ਰਾਏ ਵੀ ਬੜੀ ਬਹਾਦਰੀ ਨਾਲ ਜੂਝ ਰਿਹਾ ਸੀ। ਮਰਿਓ ਜੀਤ ਮੱਲੰ ਇਹਨਾਂ ਵਿੱਚੋਂ ਗੁਰੂ ਸਾਹਿਬ ਜੀ ਦੀ ਭੂਆ ਦਾ ਇੱਕ ਪੁੱਤਰ ਜੀਤ ਮੱਲ ਸ਼ਹੀਦੀ ਪਾ ਗਿਆ। ਵਿਖਿਓ ਭੂਮ ਥੱਲੰ ਉਹਨੂੰ ਮੈਦਾਨੇ ਜੰਗ ਵਿੱਚ ਡਿੱਗਿਆ ਵੇਖ ਕੇ ਸਭੈ ਕੋ ਬਤਾਏ ਸਾਰੇ ਸਿੱਖ ਯੋਧੇ ਅੱਗੇ ਗੁੱਸੇ ਨਾਲ ਵਧੇ ਹਨ। ਪਹਾੜੀ ਪਲਾਏ ਉਹਨਾਂ ਸੂਰਮਿਆਂ ਨੇ ਪਹਾੜੀਆਂ ਨੂੰ ਭਾਜੜਾਂ ਪਾ ਦਿੱਤੀਆਂ ਨੇ। ਧੀਰਨ ਚੰਦੇਲੰ ਉਹ ਕਹਿੰਦੇ ਅੱਗੋਂ ਹਰੀ ਚੰਦ ਬੜੀ ਧੀਰਜ ਨਾਲ ਸਿੱਖਾਂ ਦਾ ਮੁਕਾਬਲਾ ਕਰਦਾ ਹੈ। ਧਰੇ ਹੱਥ ਸੇਲੰ ਹੱਥ ਵਿੱਚ ਬੜਾ ਭਾਰੀ ਸੇਲਾ ਬਰਛਾ ਫੜਿਆ ਹੋਇਆ ਹੈ। ਹਰਿਓ ਅਗਰ ਆਈ ਉਹ ਇਹਨਾਂ ਸੂਰਮਿਆਂ ਦੇ ਸਾਹਮਣੇ ਆ ਅੜਿਆ ਹੈ। ਉਨੰ ਲਾਜ ਪਾਈ ਆਪਣੀ ਰਾਜਪੂਤੀ ਅੰਸ਼ ਨੂੰ ਵਿਚਾਰ ਕੇ ਆਪਣੀ ਲਾਜ ਨੂੰ ਨਿਭਾਉਂਦਿਆਂ ਹੋਇਆ ਹਰਿਓ ਏਕ ਦਵਾਕਾ ਉਹਨੇ ਇੱਕ ਦੋ ਸਿੱਖਾਂ ਨੂੰ ਸੇਲਾ ਮਾਰਿਆ ਹੈ। ਰਹਿਓ ਠੰਡ ਹੋਇਆ ਔਰ ਮੈਦਾਨੇ ਜੰਗ ਵਿੱਚ ਪੈਰ ਅੜਾ ਕੇ ਹਰੀ ਚੰਦ ਅੜ ਗਿਆ ਹੈ, ਖੜ ਗਿਆ ਹੈ। ਨਿਕਾਰੀ ਕਿਰਪਾਨਾ ਔਰ ਮਿਆਨ ਨੂੰ ਤੇਗ ਧੂ ਲਈ ਹੈ। ਚਾਹੇ ਸ਼ਤਰਹਾਨਾ ਔਰ ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਨੇ ਸੂਰਮੇ। ਦਇਆ ਰਾਮ ਆਦਮ ਦਇਆ ਰਾਮ, ਨੰਦ ਚੰਦ, ਗੁਲਾਬ ਰਾਏ, ਗੰਗਾ ਰਾਮ ਆਦਿਕ ਸਾਰੇ ਸੂਰਮੇ ਗੁਰੂ ਕੇ ਯੋਧੇ ਢੁਕੇ ਬੋਲ ਬਾਦਮ ਬੋਲ ਬਾਲ ਕਰਦੇ ਹੋਏ ਜਗਾਰੇ ਜਾਂਦੇ ਹਰੀ ਚੰਦ ਦੇ ਨੇੜੇ ਜਾ ਢੁਕੇ ਨੇ। ਕਰੈ ਖੱਗ ਘਾਤਾ ਕਹਿੰਦੇ ਹਰੀ ਚੰਦ ਤੇਗਾਂ ਦੇ ਨਾਲ ਮਨ ਫੇਰ ਪਥੇਰ ਕਰੀ ਜਾਂਦਾ ਹੈ। ਕਟਿਓ ਸ਼ਸਤਰ ਗਾਤਾ ਔਰ ਉਹਦੀ ਤਲਵਾਰ ਟੁੱਟ ਗਈ ਹੈ। ਚਿਤੰ ਸਵਾਮ ਕਾਮ ਆਪਣੇ ਸੁਆਮੀ ਦੇ ਕੰਮ ਲਈ ਕਰਿਓ ਜੰਗ ਧਾਮ ਮੈਦਾਨੇ ਜੰਗ ਦੇ ਵਿੱਚ ਜੂਝ ਰਿਹਾ ਹੈ। ਰਖਿਓ ਧਰਮ ਵੀਰੰ ਉਹਨੇ ਛਤਰੀ ਧਰਮ ਦੀ ਰਾਖੀ ਕੀਤੀ ਹੈ, ਸੂਰਮਾ ਹੈ। ਅਜੀ ਹੈ ਨ ਧੀਰੰ ਉਹਨੇ ਆਪਣਾ ਹੌਸਲਾ ਨਹੀਂ ਛੱਡਿਆ, ਧੀਰਜ ਨਹੀਂ ਛੱਡੀ। ਭਇਓ ਟੂਕ ਟੂਕੰ ਟੋਟੇ ਟੋਟੇ ਹੋ ਗਿਆ ਹੈ। ਬਰੀ ਕੂਕ ਕੂਕੰ ਕਹਿੰਦੇ ਸੂਰਮੇ ਮੈਦਾਨੇ ਜੰਗ ਵਿੱਚ ਕੂਕਾਂ ਪੈ ਰਹੀਆਂ ਨੇ, ਹਾਹਾਕਾਰ ਮਚ ਰਹੀ ਹੈ। ਰਹਿਓ ਭਾਜ ਰਾਜਾ ਰਾਜਾ ਫਤਿਹ ਸ਼ਾਹ ਭੱਜ ਗਿਆ ਹੈ ਮੈਦਾਨ ਵਿੱਚੋਂ। ਤਜਿਓ ਜੰਗ ਕਾਜਾ ਜੰਗ ਦਾ ਕੰਮ ਛੱਡ ਗਿਆ ਹੈ। ਰਿਸੇ ਖਾਨ ਜ਼ਾਦੇ ਖਾਨ ਜਾਂਦੇ ਗੁੱਸਾ ਖਾ ਕੇ ਬਜੇ ਦੀਹ ਬਾਜੇ ਬਾਜੇ ਵਜਾ ਕੇ ਆ ਪਏ ਨੇ। ਫਿਰੇ ਫੇਰ ਸਾਰੇ ਫਿਰ ਪਠਾਨ ਪਿੱਛੇ ਮੁੜੇ ਨੇ ਲੜਨ ਵਾਸਤੇ ਅਣਖੀ ਜ਼ਰੂਰ ਨੇ। ਕਰੈ ਮਾਰ ਮਾਰੇ ਮਾਰੋ ਕਰਦੇ ਨੇ। ਨਿਜਾਮਨ ਪਠਾਨਾ ਉਹਨਾਂ ਵਿੱਚੋਂ ਨਿਜਾਮਤ ਖਾਨ ਪਠਾਨ ਸਾਹਮਣੇ ਆਇਆ ਹੈ। ਸਗੋ ਸ਼ਾਹ ਜਾਨਾ ਸੰਗੋ ਸ਼ਾਹ ਨੂੰ ਵੇਖ ਲਿਆ ਉਸਨੇ ਤੇ ਸੰਗੋ ਸ਼ਾਹ ਨੇ ਨਿਜਾਮਤ ਖਾਨ ਨੂੰ ਪਛਾਣ ਲਿਆ। ਅਰੇ ਆਪ ਮਾਹੀ ਦੋਵੇਂ ਸੂਰਮੇ ਆਪਸ ਚ ਅੜ ਗਏ ਨੇ। ਸੰਗੋ ਸ਼ਾਹ ਤੇ ਨਿਜਾਮਤ ਖਾਨ ਦਾ ਜਦ ਹੋਣ ਲੱਗਾ ਹੈ। ਹਟੇ ਪੈਰ ਨਾਹੀ ਦੋਵੇਂ ਨਾਮੀ ਯੋਧੇ ਨੇ ਪੈਰ ਪਿੱਛੇ ਨਹੀਂ ਹਟਦੇ, ਇੱਕ ਕਦਮ ਵੀ ਪਿੱਛੇ ਨਹੀਂ ਹਟਦੇ। ਸਭਾ ਵਿੱਚ ਜੋ ਜਿਹੜੇ ਗੁਰੂ ਕਲਗੀਧਰ ਦੀ ਸਭਾ 'ਚ ਇਕੱਠੇ ਰਹਿੰਦੇ ਸੀ ਕਦੀ, ਉਦੋਂ ਮੇਲ ਦੋ ਦੋਵਾਂ ਦੀ ਆਪਸ 'ਚ ਬੜੀ ਮੁਲਾਕਾਤ ਸੀ, ਬੜੀ ਸਾਂਝ ਸੀ ਵਿਚਾਰਾਂ ਦੀ। ਦੋਵੇਂ ਆਪਸ 'ਚ ਬਹਿ ਕੇ ਕਈ ਘੰਟੇ ਜੰਗ ਦੀਆਂ ਗੱਲਾਂ ਕਰਿਆ ਕਰਦੇ ਸਨ। ਪੌਂਡੇ ਸਾਹਿਬ ਜਦੋਂ ਨਿਜਾਮਤ ਖਾਨ ਗੁਰੂ ਸਾਹਿਬ ਦੀ ਨੌਕਰੀ ਕਰਦਾ ਸੀ, ਗੁਰਮ ਬੀਚ ਨਾਰੀ ਆ ਕਹਿੰਦੇ ਬੜਾ ਸੂਰਮਾ ਯੋਧਾ ਜਦੋਂ ਸ੍ਰੀ ਪੌਂਡੇ ਸਾਹਿਬ ਗੁਰੂ ਸਾਹਿਬ ਦੇ ਨਾਲ ਰਹਿੰਦਾ ਸੀ ਨਾ ਨਿਜਾਮਤ ਖਾਨ, ਉਦੋਂ ਇਹਨਾਂ ਦੀ ਆਪਸ ਸੰਗੋ ਸ਼ਾਹ ਦੀ ਤੇ ਨਿਜਾਮਤ ਖਾਨ ਦੀ ਚੋਖੀ ਜਾਣ ਪਛਾਣ ਸੀ। ਗੁਰੂ ਤੀਰਵਾਰੀ ਤੇ ਗੁਰੂ ਸਾਹਿਬ ਦੇ ਕੋਲ ਰਹਿੰਦੇ ਸਨ ਦੋਵੇਂ ਹੀ, ਸੰਗੋ ਸ਼ਾਹ ਤੇ ਨਿਜਾਮਤ ਖਾਨ। ਦੋਹਰਾ ਕਰਤ ਹਦੇ ਰਣਬਾਤ ਕੋ ਔਰ ਆਪਸ ਬਹਿ ਕੇ ਨਾ ਜੰਗ ਦੀਆਂ ਗੱਲਾਂ ਕਰਿਆ ਕਰਦੇ ਸਨ। ਨਿਜਾਮਤ ਖਾਨ ਔਰੰਗਜ਼ੇਬ ਦੀ ਫੌਜ ਨੌਕਰੀ ਕਰਕੇ ਆਇਆ ਸੀ। ਉਹਨੇ ਕਈ ਲੜਾਈਆਂ ਜਿੱਤੀਆਂ ਸਨ, ਬੜਾ ਨਾਮੀ ਸੂਰਮਾ ਸੀ। ਸੰਗੋ ਸ਼ਾਹ ਆਪਣੇ ਨਾਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵੇਖੀ ਸੀ। ਉਹਨੇ ਵੀ ਗੁਰੂ ਪਾਤਸ਼ਾਹ ਦੇ ਜੰਗਾਂ ਦੇ ਇਤਿਹਾਸ ਸੁਣੇ ਪੜ੍ਹੇ ਵੇਖੇ ਸਨ ਤੇ ਇਸ ਕਰਕੇ ਦੋਵੇਂ ਹੀ ਬੜੇ ਨਾਮੀ ਸੂਰਮੇ, ਬੜੇ ਤਜਰਬੇਕਾਰ ਯੋਧੇ ਸਨ। ਕਾਤ ਅਨੇਕ ਉਪਾਏ ਤੇ ਜੰਗ ਦੀਆਂ ਗੱਲਾਂ, ਜੰਗ ਦੇ ਬਚਨ ਕਰਿਆ ਕਰਦੇ ਸਨ। ਮਾਨਤ ਭਟ ਬੜ ਆਪ ਕੋ ਤੇ ਦੋਵੇਂ ਆਪਣੇ ਆਪ ਨੂੰ ਵੱਡਾ ਸੂਰਮਾ ਮੰਨਦੇ ਸਨ, ਕਿਉਂਕਿ ਸੂਰਮੇ ਜੇ ਆਪਣੇ ਆਪ ਤੇ ਮਾਣ ਨਾ ਹੋਵੇ ਉਹ ਜੰਗ ਨਹੀਂ ਲੜ ਸਕਦਾ। ਸਵੈਮਾਨੀ ਸਨ ਦੋਵੇਂ।
ਨਜਾਬਤ ਖਾਂ ਵੀ ਸਮਝਦਾ ਸੀ ਵੀ ਮੈਂ ਇੱਕ ਚੋਣਵਾ ਯੋਧਾ ਹਾਂ, ਤੇ ਸੰਗੋ ਸ਼ਾਹ ਵੀ ਸਮਝਦਾ ਸੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਦੋਹਤਾ ਹਾਂ। ਹਾਂਜੀ, ਦੋਨੋਂ ਸਹਿਜ ਸੁਭਾਏ, ਦੋਵੇਂ ਸਹਿਜ ਸੁਭਾਅ ਬੜੇ ਸੂਰਮੇ ਨਾਮੀ ਯੋਧੇ ਸਨ। ਰਸਾਵਲ ਛੰਦ ਭਈ ਯਾਦ ਸੋ। ਅੱਜ ਉਹ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਜਿਹੜੀਆਂ ਇਕੱਠੇ ਬਹਿ ਕੇ ਕਰਿਆ ਕਰਦੇ ਸਨ। ਇਹ ਕੁਦਰਤ ਬੜੀ ਬੇਅੰਤ ਹੈ, ਕਈ ਵਾਰੀ ਮਿੱਤਰਾਂ ਨੂੰ ਆਹਮਣੇ ਸਾਹਮਣੇ ਦੁਸ਼ਮਣ ਬਣਾ ਕੇ ਖੜਾ ਲੈਂਦੀ ਹੈ। ਜਿਹੜੇ ਕਦੀ ਮਿੱਤਰਾਚਾਰੀ ਦੀਆਂ ਗੱਲਾਂ ਕਰਦੇ ਸੀ, ਅੱਜ ਆਹਮਣੇ ਸਾਹਮਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਕੇ ਖੜੇ। ਨਜਾਬਤ ਖਾਨ ਤੇ ਸੰਗੋ ਸ਼ਾਹ ਮੇਰੇ ਵੀਰ ਦੋਵਾਂ ਦਾ ਆਪਸ ਵਿੱਚ ਭੇੜਾ ਹੋ ਗਿਆ, ਮੁਕਾਬਲਾ ਹੋ ਗਿਆ ਹੈ। ਕਰੈ ਸ਼ੀਘਰਤਾਈ, ਬੜੀ ਫੁਰਤੀ ਕਰਦੇ, ਬੜੀ ਸ਼ੀਘਰਤਾਈ ਕਰਦੇ ਐ ਦੋਵੇਂ ਹੀ। ਪਰਿਓ ਨੇੜ ਆਈ, ਦੋਵਾਂ ਦਾ ਨੇੜੇ ਹੋ ਗਏ, ਇੱਕ ਦੂਜੇ ਦੇ ਨੇੜੇ ਹੋ ਕੇ ਮੁਕਾਬਲਾ ਕਰਨ ਲੱਗੇ। ਕਿਰਪਾਨਾਂ ਨਿਕਾਰੀ, ਮਿਆਨਾਂ ਨੂੰ ਤੇਗਾਂ ਧੂ ਲਈਆਂ ਨੇ। ਭਇਓ ਭੇਰ ਭਾਰੀ, ਬੜਾ ਭਿਆਨਕ ਯੁੱਧ ਮਚਿਆ ਦੋਵਾਂ ਦੇ ਵਿੱਚ। ਧਰੀ ਢਾਲ ਆਗੈ, ਢਾਲਾਂ ਤਲਵਾਰਾਂ ਦੇ ਨਾਲ ਵਾਰ ਕਰਦੇ ਤੇ ਰੋਕਦੇ ਨੇ, ਤਕੇ ਦਾਵ ਲਾਗੈ। ਔਰ ਦਾਤ ਤੱਕਦੇ ਨੇ ਵੀ ਕਿੱਥੇ ਮਾਰੀਏ। ਸਾਧ ਸੰਗਤ ਜੀ ਅੱਜ ਕੱਲ੍ਹ ਤੇ ਸਾਡੇ ਗੱਤਕੇ ਵਿੱਚ ਇੱਕ ਰਿਵਾਜ ਪੈ ਗਿਆ ਵੀ ਢਾਲ ਦੇ ਉੱਤੇ ਤਲਵਾਰ ਮਾਰਦੇ, ਠਾ ਠਾ ਕਰੀ ਜਾਂਦੇ, ਤੇ ਉਹ ਆਪਣੇ ਬੜੇ ਨੰਬਰ ਮੰਨਦੇ ਆ ਵੀ ਸਾਡੀ ਤਲਵਾਰ ਜਿਹੜੀ ਨਾ ਬੜੀ ਠਾ ਠਾ ਕਰ ਰਹੀ। ਪਰ ਜਦੋਂ ਅਸੀਂ ਆਪਣੇ ਉਸਤਾਦਾਂ ਕੋਲੋਂ ਵਿਦਿਆ ਸਿੱਖਦੇ ਸੀ ਨਾ, ਜੇ ਕਿਤੇ ਸਾਡੀ ਤਲਵਾਰ ਮਾੜੀ ਜਿਹੀ ਢਾਲ ਤੇ ਟੱਚ ਕਰ ਦਿੱਤੀ, ਖਾੜੇ ਨੂੰ ਕੱਢ ਦਿੰਦੇ ਸੀ, ਕਹਿੰਦੇ ਪਿੱਛੇ ਹਟ, ਵੀ ਤੈਨੂੰ ਪਤਾ ਹੀ ਨਹੀਂ ਵੀ ਤੇਰੀ ਤਲਵਾਰ ਜਾ ਕੇ ਢਾਲ ਤੇ ਵੱਜਦੀ ਪਈ ਹੈ। ਜਦੋਂ ਤਲਵਾਰ ਢਾਲ ਦੇ ਨੇੜੇ ਜਾਣੀ, ਉੱਥੇ ਰੋਕ ਕੇ ਦੂਜੇ ਪਾਸੇ ਮਾਰ ਲੈਣਾ। ਕਿਉਂ? ਤਲਵਾਰ ਦੀ ਧਾਰ ਖਰਾਬ ਨਾ ਹੋ ਜਾਵੇ, ਦੁਸ਼ਮਣ ਦਾ ਸਰੀਰ ਚੀਰਨਾ ਉਹਦੇ ਨਾਲ। ਇਹ ਵਿਦਿਆ ਹੁੰਦੀ ਸੀ। ਕਹਿੰਦੇ ਵਾਰ ਤੱਕਦੇ, ਢਾਲਾਂ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕਰਦੇ, ਤੇ ਜਿਹੜੀ ਤਲਵਾਰ ਜਾ ਰਹੀ ਹੁੰਦੀ ਉਹ ਬਦਲ ਕੇ ਦੂਜੇ ਪਾਸੇ ਵਾਰ ਲਿਆਉਂਦਾ। ਇਸ ਤਰ੍ਹਾਂ ਵਾਰ ਚੱਲਦੇ ਹਨ। ਉਭਾਰੈ ਚਲਾਵੈ, ਉਹ ਵਾਰ ਕੇ ਵਾਰ ਮਾਰਦੇ ਨੇ ਤੇ ਬਚਾਉਂਦੇ ਨੇ ਤੇ ਚਲਾਉਂਦੇ ਨੇ। ਸਰੀਰਨ ਬਚਾਵੈ, ਆਪਣੇ ਸਰੀਰ ਨੂੰ ਬਚਾਉਂਦੇ ਨੇ ਤੇ ਆਪਣੀ ਤਲਵਾਰ ਨੂੰ ਬਦਲ ਕੇ ਦੂਜੀ ਥਾਂ ਤੇ ਮਾਰਦੇ ਨੇ। ਹੋ ਕੇ ਫਿਰ ਢਾਲ ਕਰ ਦਿੰਦਾ, ਉਥੋਂ ਫਿਰ ਵਾਰ ਬਚਾਉਂਦੇ ਨੇ। ਇਸ ਤਰ੍ਹਾਂ ਦਾਤ ਤੱਕਦੇ ਨੇ ਵੀ ਖਾਲੀ ਹਿੱਸਾ ਸਰੀਰ ਦਾ ਮਿਲੇ, ਉੱਥੇ ਤੇਗ ਮਾਰੀਏ। ਹਾਂਜੀ, ਖਰੰ ਖਗ ਧਾਰੈ, ਤਿੱਖੀਆਂ ਤਲਵਾਰਾਂ ਫੁਲਾਦੀ ਹਨ। ਇਹੋ ਜਿਹੀ ਧਾਰ ਤਿੱਖੀ ਹੈ ਕਿ ਤੇ ਕੀੜੀ ਵੀ ਨਹੀਂ ਧੋ ਸਕਦੇ। ਇਹੋ ਜਿਹੀਆਂ ਕਮਾਲ ਦੀਆਂ ਤਲਵਾਰਾਂ ਦੋਵਾਂ ਦੇ ਹੱਥ ਵਿੱਚ ਹਨ। ਸੋ ਉੱਚੇ ਉਸਾਰੈ, ਉੱਚੇ ਉਸਾਰ ਕੇ ਵਾਰ ਲਿਆਉਂਦੇ ਆ ਤੇ ਭਰਵੇਂ ਵਾਰ ਕਰਦੇ ਆ। ਲੱਗੈ ਘਾਵ ਅੰਗਾ, ਤੇ ਸਰੀਰ ਦੇ ਉੱਤੇ ਸੱਟਾਂ ਲੱਗਦੀਆਂ ਵੀ ਨੇ, ਖੂਨ ਦੀਆਂ ਪਤੀਰੀਆਂ ਵਗਦੀਆਂ ਨੇ। ਭਏ ਲਾਲ ਰੰਗਾ, ਖੂਨ ਦੇ ਨਾਲ ਕੱਪੜੇ ਲਾਲੋ ਲਾਲ ਹੋ ਗਏ ਨੇ। ਫੁੱਲ ਖਿੜੇ ਜਨ ਬਾਗੀ ਬਾਣੇ ਜੋਧਿਆਂ, ਏਦਾਂ ਦੇ ਬਾਣੇ ਹੋਵੇ ਜਿਵੇਂ ਫੁੱਲ ਖਿੜੇ ਹੋਣ ਕੱਪੜਿਆਂ ਦੇ ਉੱਤੇ ਲਾਲ ਰੰਗ ਦੇ। ਭਇਓ ਸ਼੍ਰੋਣ ਜਾਈ, ਖੂਨ ਦੀਆਂ ਤੀਰੀਆਂ ਸਰੀਰ ਤੇ ਦੋਵਾਂ ਦੇ ਵਗ ਰਹੀਆਂ ਨੇ। ਤਜੈ ਪੈ ਨ ਥਾਈ, ਪਰ ਦੋਵੇਂ ਸੂਰਮੇ ਪੈਰ ਪਿੱਛੇ ਨਹੀਂ ਹਟਦੇ, ਥਾਂ ਨਹੀਂ ਛੱਡਦੇ ਮੈਦਾਨੇ ਜੰਗ ਦੀ। ਮਨੋ ਢਾਕ ਫੂਲੇ, ਏਦਾਂ ਲੱਗਦਾ ਜਿਵੇਂ ਢੱਕ ਤੇ ਪਲਾਸ ਦੇ ਫੁੱਲ ਖਿੜੇ ਹੁੰਦੇ ਹਨ। ਦੋ ਵੀਰ ਝੂਲੇ, ਦੋਵੇਂ ਸੂਰਮੇ ਸੱਟਾਂ ਖਾ ਕੇ ਝੂਲ ਕੇ ਲੜਦੇ, ਝੂਮ ਕੇ ਲੜਦੇ। ਰਣੰਗ ਰੰਗ ਸੋਹਾ, ਵੀਰ ਰਸ ਵਿੱਚ ਰੱਤੇ ਹੋਏ ਨੇ। ਨਜਾਬਤ ਖਾਨ ਤੇ ਸੰਗੋ ਸ਼ਾਹ ਦਾ ਮੁਕਾਬਲਾ ਹੋ ਰਿਹਾ, ਔਰ ਸਾਰੀਆਂ ਫੌਜਾਂ ਦੋਵਾਂ ਪਾਸਿਆਂ ਦੀਆਂ ਦੇਖ ਰਹੀਆਂ ਨੇ। ਗੁਰੂ ਕੀਨ ਦੋਹਾਂ, ਗੁਰੂ ਕਰਨੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਨਿਗਾਹ ਉਸ ਲੜਾਈ ਦੇ ਉੱਤੇ ਹੈ। ਵੇਖ ਪੁਰਸ਼ਾਰਥ ਵੀਰ ਕੋ, ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਰਾ ਭੂਆ ਦੇ ਪੁੱਤ ਸੰਗੋ ਸ਼ਾਹ ਦਾ ਪੁਰਸ਼ਾਰਥ ਵੇਖ ਕੇ ਕਰਿਓ ਜੰਗ ਬਟਕਾਮ, ਜੋ ਉਹਨੇ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ ਨਾ ਸੰਗੋ ਸ਼ਾਹ ਨੇ, ਉਹਦਾ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਨਾਮ ਬਦਲ ਦਿੱਤਾ। ਸੰਗੋ ਸ਼ਾਹ ਸੀ ਬਾਬਿਆਂ ਨੇ ਰੱਖਿਆ, ਮਹਾਰਾਜ ਨੇ ਸ਼ਾਹ ਸੰਗਰਾਮ ਕਰ ਦਿੱਤਾ। ਸ਼ਾਹ ਸੰਗਰਾਮ ਦਾ ਮਤਲਬ ਹੈ, ਸੰਗਰਾਮ ਕਹਿੰਦੇ ਨੇ ਜੰਗ ਨੂੰ, ਸ਼ਾਹ ਕਹਿੰਦੇ ਨੇ ਬਾਦਸ਼ਾਹ ਨੂੰ, ਕਿ ਸੰਗੋ ਸ਼ਾਹ ਜੰਗ ਦਾ ਬਾਦਸ਼ਾਹ ਬਣਾ ਦਿੱਤਾ। ਹਾਂਜੀ, ਸੰਗੋ ਕਾ ਸਤਿਗੁਰ ਧਰਿਓ, ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਸੰਗੋ ਸ਼ਾਹ ਦਾ ਕੀ ਨਾਮ ਰੱਖਿਆ? ਨਾਂ ਦਾ ਉਹਦਾ ਸੰਗੋ ਸ਼ਾਹ ਹੀ ਰਹਿਣਾ।
ਸੰਗੋ ਸ਼ਾਹ ਨਾਂ ਨਹੀਂ ਬਦਲਿਆ ਵੀ ਸੰਗੋ ਸ਼ਾਹ ਦੇ ਮਹਾਰਾਜ ਨੇ ਅਰਥ ਕਰ ਦਿੱਤੇ ਹੈ। ਸੰਗੋ ਸ਼ਾਹ ਨੂੰ ਗੁਰੂ ਸਾਹਿਬ ਨੇ ਇੱਕ ਸਰੋਪਾ ਬਖਸ਼ਿਆ, ਇੱਕ ਉਹਨਾਂ ਨੂੰ ਤੁਖਲਸ ਬਖਸ਼ਿਆ, ਇੱਕ ਮਹਾਰਾਜ ਨੇ ਬਖਸ਼ਿਸ਼ ਕਰਕੇ ਉਹਨਾਂ ਦੇ ਨਾਮ ਦੇ ਵਿੱਚ ਉਹਨਾਂ ਦੀ ਵਿਆਖਿਆ ਕੀਤੀ ਹੈ। ਉਹ ਕੀ ਕੀਤੀ ਹੈ? ਆਪਣੀ ਬਾਣੀ ਵਿੱਚ ਲਿਖਦੇ ਨੇ, ਤਹਾਂ ਸਾਹ ਸ੍ਰੀ ਸ਼ਾਹ ਸੰਗਰਾਮ ਕੋਪੇ, ਤਹਾਂ ਸ਼ਾਹ ਸ੍ਰੀ ਸ਼ਾਹ ਸ਼੍ਰੋਮਣੀ ਸ਼ਾਹ ਵਿੱਚੋਂ ਸ਼ਾਹ, ਕਹਿੰਦੇ ਸੰਗਰਾਮ ਜੰਗ ਦਾ ਸ਼ਾਹ, ਜੋ ਜੰਗ ਦਾ ਬਾਦਸ਼ਾਹ ਸੀ ਉਹ ਸੀ ਸੰਗਰਾਮ ਸ਼ਾਹ, ਸਾਡਾ ਵੱਡਾ ਭਰਾ ਸੰਗੋ ਸ਼ਾਹ। ਹਾਂਜੀ, ਨਾਮ ਸ਼ਾਹ ਸੰਗਰਾਮ। ਮਹਾਰਾਜ ਨੇ ਆਪਣੇ ਭਾਈ ਸੰਗੋ ਸ਼ਾਹ ਦਾ ਨਾਮ ਸੰਗਰਾਮ ਸ਼ਾਹ ਲਿਖਿਆ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਬਾਣੀ ਬਚਿੱਤਰ ਨਾਟਕ ਦੇ ਵਿੱਚ। ਹਾਂਜੀ, ਰਸਾਵਲ ਛੰਦ ਲੱਗੇ ਕਾਬ ਸੋਹੈ। ਕਹਿੰਦੇ ਦੋਵਾਂ ਸੂਰਮਿਆਂ ਨੂੰ ਲੱਗੀਆਂ ਹੋਈਆਂ ਸੱਟਾਂ, ਖੂਨ ਦੀਆਂ ਵਗਦੀਆਂ ਕਤੀਰੀਆਂ ਆਮਣੇ ਸਾਹਮਣੇ ਲੜਦਿਆਂ ਹੋਇਆਂ ਦੀਆਂ ਸੋਭਾ ਪਾ ਰਹੀਆਂ। ਸੋਹਣੇ ਦੀ ਸੂਰਮੇ ਦੀ ਸੋਭਾ ਉਦੋਂ ਹੀ ਹੁੰਦੀ ਹੈ ਜਦੋਂ ਉਹਦੇ ਸਰੀਰ ਵਿੱਚੋਂ ਸ਼ਸਤਰ ਲੱਗ ਕੇ ਲਹੂ ਦੇ ਫੁਹਾਰੇ ਫੁੱਟਦੇ, ਉਹਦੀ ਸੋਭਾ ਹੁੰਦੀ ਹੈ। ਹਾਂਜੀ, ਜੜੀ ਬੰਕ ਭਾਉ ਹੈ। ਆ ਜਿਹੜੇ ਭਲਵੱਡੇ ਨੇ ਨਾ ਏਦਾਂ ਟੇਢੇ ਹੋਏ ਪਏ ਨੇ, ਕਮਾਨ ਦੀ ਤਰ੍ਹਾਂ ਕੱਸੇ ਹੋਏ ਨੇ ਦੋਵਾਂ ਦੇ, ਗਿਰਿਓ ਜੰਗ ਮਾਹੀ। ਤੇ ਦੋਵੇਂ ਲੜਦੇ ਲੜਦੇ ਲਹੂ ਲੁਹਾਨ ਹੋ ਕੇ ਨਾ ਦੋਵਾਂ ਦੇ ਅੰਗ ਜੇ ਉੱਡ ਗਏ ਸਰੀਰ ਦੇ, ਜਿਵੇਂ ਫੜਕਚੇ ਉੱਡ ਜਾਂਦੇ ਆ, ਕਿਤੋਂ ਬਾਂਹ ਤੋਂ ਕਿਤੋਂ ਛਾਤੀ ਤੋਂ, ਤਲਵਾਰਾਂ ਵੱਜ ਕੇ ਸ਼ਸਤਰ ਵੱਜ ਕੇ। ਪਹਿਲਾਂ ਹੀ ਬੜੀਆਂ ਸੱਟਾਂ ਲੱਗੀਆਂ, ਜੰਗ ਦੇ ਕਦੋਂ ਤੱਕ ਚੱਲ ਰਿਹਾ ਸੀ, ਸੰਗੋ ਸ਼ਾਹ ਨੂੰ ਕਿੰਨੀਆਂ ਪਹਿਲਾਂ ਲੱਗ ਚੁੱਕੀਆਂ ਸਨ, ਇਸੇ ਤਰ੍ਹਾਂ ਨਜਾਬਤ ਖਾਨ ਨੂੰ ਵੀ। ਤੇ ਆਪਸ ਵਿੱਚ ਲੜਦੇ ਗੁੱਥਮ ਗੁੱਥਾ ਹੋਏ ਦੋਵੇਂ ਸੂਰਮੇ ਮੈਦਾਨੇ ਜੰਗ 'ਚ ਡਿੱਗੇ ਹਨ। ਹਟਿਓ ਪੈਰ ਨਾਹੀ। ਪੈਰ ਪਿੱਛੇ ਨਹੀਂ ਕੀਤਾ, ਅਖੀਰ ਦੇ ਸਵਾਸ ਤੱਕ ਲੜਦੇ ਰਹੇ ਹਨ। ਗਇਓ ਦੇਵ ਲੋਕਮ। ਔਰ ਦੋਵੇਂ ਸੂਰਮੇ ਲੜ ਕੇ ਸ਼ਹੀਦੀ ਪਾ ਗਏ ਨੇ। ਸੰਗੋ ਸ਼ਾਹ ਦੀ ਰੂਹ ਸੱਚਖੰਡ ਨੂੰ ਪ੍ਰਵਾਜ ਕਰ ਗਈ ਹੈ ਤੇ ਨਜਾਬਤ ਖਾਂ ਕਿਉਂਕਿ ਨਿਮਕ ਹਰਾਮੀ ਸੀ ਨਾ, ਗੁਰੂ ਘਰ ਦਾ ਲੂਣ ਖਾ ਕੇ ਦੂਜੇ ਪਾਸੇ ਲੜ ਗਿਆ ਸੀ, ਉਹ ਵੀ ਆਪਣੀ ਲੜਾਈ ਵਿੱਚ ਮੌਤ ਮਾਰਿਆ ਗਿਆ ਹੈ। ਜਹਾਂ ਨਾਹੇ ਸ਼ੋਕਮ। ਕਹਿੰਦੇ ਉਹ ਸੰਗੋ ਸ਼ਾਹ ਦੀ ਰੂਹ ਉੱਥੇ ਪਹੁੰਚ ਗਈ ਹੈ ਜਿੱਥੇ ਹਰ ਸੋਗ ਖੁਸ਼ੀ ਗਮੀ ਨਹੀਂ। ਬੇਗਮਪੁਰਾ ਸ਼ਹਿਰ ਕੋ ਲਾਉ, ਦੁਖ ਅੰਦੋ ਨਾਹੀ ਤੇ ਠਾਉ, ਨਾ ਤਸਵੀਰ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਰ, ਅਬ ਮੋਹਿ ਖੂਬ ਵਤਨ ਕਹਿ ਪਾਈ। ਉਹ ਵਤਨ, ਉਹ ਸੱਚਾ ਵਤਨ ਸੱਚਖੰਡ ਸੰਗੋ ਸ਼ਾਹ ਨੂੰ ਪ੍ਰਾਪਤ ਹੋ ਗਿਆ ਹੈ। ਗਿਰੇ ਵੀਰ ਦੋਈ। ਦੋਵੇਂ ਸੂਰਮੇ ਲੜ ਕੇ ਮੈਦਾਨੇ ਜੰਗ ਡਿੱਗ ਪਏ ਨੇ, ਸ਼ਹੀਦ ਹੋ ਗਏ ਨੇ। ਪ੍ਰਭੂ ਪੇਖ ਸੋਈ। ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਇਹ ਨਜ਼ਾਰਾ ਤੀਰਗੜੀ ਸਾਹਿਬ ਤੋਂ ਦੇਖਿਆ ਹੈ। ਚਲੇ ਆਪ ਆਗੇ। ਮਹਾਰਾਜ ਆਪ ਘੋੜੇ ਤੇ ਸਵਾਰ ਹੋ ਕੇ ਆਪਣੇ ਭਰਾ ਦੇ ਕੋਲ ਪਹੁੰਚੇ ਨੇ। ਹਿਰਦੇ ਕੋਪ ਜਾਗੇ। ਵੀਰ ਰਸ ਚ ਆ ਗਏ ਨੇ ਆਪਣੇ ਵੱਡੇ ਭਰਾ ਦੀ ਮੌਤ ਵੇਖ ਕੇ। ਸੁਭਾਰੇ ਕੋ ਦੰਡੰ। ਆਪਣੇ ਹੱਥ 9 ਟੰਕਾ ਧਨੁਸ਼ ਕਲਗੀਧਰ ਜੀ ਨੇ ਸੰਭਾਲ ਲਿਆ ਹੈ। ਕਤੰਗੇ ਪ੍ਰਚੰਡੰ। ਔਰ ਬੜੇ ਬੜੇ ਤਿੱਖੇ ਤੀਰ ਮਹਾਰਾਜ ਨੇ ਪੱਥੇ 'ਚ ਪਾ ਲਏ ਨੇ। ਭਇਓ ਤੇਜ ਘੋੜਾ। ਮਹਾਰਾਜ ਨੇ ਘੋੜਾ ਆਪਣਾ ਤੇਜ ਕੀਤਾ ਹੈ। ਜ਼ਰੀ ਸੀਨ ਬੋਰਾ। ਜਿਹਦੇ ਤੇ ਸੁਨਹਿਰੀ ਕਾਠੀ ਪਾਈ ਹੋਈ ਹੈ ਤੇ ਜਰੀਦਾਰ ਝੁੱਲ ਪਾਈ ਹੋਈ, ਦੂਰੋਂ ਪਤਾ ਲੱਗਦਾ ਵੀ ਕਲਗੀਧਰ ਪਾਤਸ਼ਾਹ ਜੀ ਆ ਰਹੇ ਨੇ। ਖਰੇ ਖਾਨ ਖੂਨੀ। ਜਿੱਥੇ ਖੂਨੀ ਖਾਨ ਲੜ ਰਹੇ ਨੇ ਨਮਕ ਹਰਾਮੀ, ਰਿਸੇ ਪੇਖ ਦੁਨੀ। ਉਹਨਾਂ ਨੂੰ ਵੇਖ ਕੇ 10ਵੇਂ ਪਾਤਸ਼ਾਹ ਵੀਰ ਰਸ ਵਿੱਚ ਆ ਗਏ ਤੇ ਖਾਨਾਂ ਨੂੰ ਵੀ ਗੁੱਸਾ ਚੜ ਗਿਆ। ਬਜੀ ਬੰਬ ਪੂਰੀ। ਦੋਵਾਂ ਪਾਸਿਆਂ ਤੋਂ ਨਗਾਰਿਆਂ ਤੇ ਦੋਹਰੀਆਂ ਚੋਭਾਂ ਵੱਜੀਆਂ ਹਨ। ਸੁਣੀ ਜਾਏ ਦੂਰੀ। ਦੂਰ ਦੂਰ ਤੱਕ ਨਗਾਰਿਆਂ ਦੀ ਆਵਾਜ਼ ਸੁਣਾਈ ਦਿੱਤੀ ਆ। ਨਾਗੜਨ ਨਗਾਰੇ ਬਾਗੜਨ ਬਾਜੇ, ਗਾਗੜਨ ਗਾਜੀ ਮਹਾ ਗੱਜ ਗਾਜੇ। ਹੁਣ ਸੂਰਮੇ ਗੱਜ ਪਏ ਨੇ ਕਿਉਂਕਿ ਖੁਦ ਫੌਜਾਂ ਦੇ ਮਾਲਕ ਸ਼ਾਹ ਸੁਲਤਾਨ ਸ੍ਰੀ ਕਲਗੀਧਰ ਜੀ ਮੈਦਾਨੇ ਜੰਗ 'ਚ ਆ ਗਏ ਨੇ। ਉਤੈ ਖਾਨ ਢੁਕੈ। ਉਹ ਖਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਉਹ ਵੀ ਟੁੱਟ ਕੇ ਪੈ ਗਏ ਨੇ। ਮੁਖਮ ਮਾਰ ਕੂਕੈ। ਖਾਨ ਵੀ ਮਾਰ ਲੋ ਕਰਦੇ ਆ ਕੇ ਕਹਿ ਰਹੇ ਨੇ। ਗੁਰੂ ਬਾਣ ਲੀਨਾ। ਗੁਰੂ ਕਲਗੀਧਰ ਜੀ ਨੇ ਆਪਣਾ ਤੀਰ ਕਮਾਨ ਖੱਬੇ ਹੱਥ ਵਿੱਚ ਤੇ ਤੀਰ ਸੱਜੇ ਹੱਥ ਵਿੱਚ ਧਨੈ ਐ ਯਕੀਨਾ। ਔਰ ਤੰਦੀ ਚਾੜ ਕੇ ਕੰਨਾਂ ਤਾਈਂ ਖਿੱਚਿਆ ਹੈ। ਤਜਿਓ ਬੇਗ ਸੰਗਾ। ਔਰ ਬੜੇ ਬੇਗ ਵਾਲਾ ਤੀਰ ਛੱਡਿਆ ਹੈ ਮਹਾਰਾਜ ਜੀ ਨੇ। ਲਗਿਓ ਖਾਨ ਅੰਗਾ। ਔਰ ਜਾ ਕੇ ਖਾਨਾਂ ਦੀਆਂ ਛਾਤੀਆਂ 'ਚ ਵੱਜਿਆ ਹੈ। ਕਰਿਓ
ਜੰਗ ਖੇਤਾ ਜਿਹੜੇ ਖਾਨ ਨੂੰ ਤੀਰ ਵਜਾ ਕੜਮ ਕਰਕੇ ਧਰਤੀ ਤੇ ਡਿੱਗਾ ਨਹੀਂ ਫੇਰ ਚੇਤਾ ਮੁੜ ਕੇ ਨੂੰ ਆਪਣੀ ਹੋਸ਼ ਹਵਾਸ ਭੁੱਲ ਗਈ ਹੈ ਜਿਸ ਨੂੰ ਤੀਰ ਵਜਾ ਕਲਗੀਧਰ ਜੀ ਦਾ ਜਸਿਓ ਨਾਗ ਮਾਨੋ ਏਦਾਂ ਮਾਰਿਆ ਜਨਾਬ ਦੇ ਤੀਰ ਨੇ ਜਿਵੇਂ ਉੱਡਣੇ ਸੱਪ ਨੇ ਕਿਸੇ ਦੇ ਮੱਥੇ 'ਚ ਡੰਗ ਮਾਰਿਆ ਹੋਵੇ। ਇੱਕ ਉੱਡਣਾ ਸੱਪ ਹੁੰਦਾ ਉਹ ਇੱਥੇ ਡੰਗ ਮਾਰਦਾ ਤੇ ਜਿਹੜੇ ਇੱਥੇ ਡੰਗ ਮਾਰਦਾ ਉਹਨੂੰ ਫਿਰ ਪਾਣੀ ਨਹੀਂ ਮੰਗਣ ਦਿੰਦਾ, ਹਾਏ ਨਹੀਂ ਕਹਿਣ ਦਿੰਦਾ, ਉਫ ਨਹੀਂ ਕਹਿਣ ਦਿੰਦਾ, ਦੂਜਾ ਸਾਹ ਨਹੀਂ ਲੈਣ ਦਿੰਦਾ। ਕਲਗੀਧਰ ਪਾਤਸ਼ਾਹ ਦੇ ਤੀਰ ਇੱਕ ਵਾਰੀ ਜਿਹਨੂੰ ਵੱਜ ਜਾਂਦੇ ਆ ਉਹ ਫਿਰ ਹਾਏ ਆਮਾ ਵੀ ਨਹੀਂ ਕਹਿ ਸਕਦਾ। ਹਾਂਜੀ ਕਰੇ ਪ੍ਰਾਨ ਹਾਨੋ ਤੇ ਪ੍ਰਾਣ ਪਖੇਰੂ ਉੱਡ ਗਏ ਨੇ ਉਸਦੇ। ਦੁਤੀ ਬਾਣ ਲੈ ਕੇ ਦੂਜਾ ਤੀਰ ਮਹਾਰਾਜ ਨੇ ਕੱਢਿਆ ਭੱਥੇ ਵਿੱਚੋਂ ਗੁਨਮ ਜੋਰ ਕਹਿ ਕੇ ਫੇਰ ਸੰਧੀ ਕਰਕੇ ਕਮਾਨ ਦੇ ਵਿੱਚ ਖਿੱਚਿਆ ਹੈ ਕਰਿਓ ਤਾਨ ਤਾਨਾ ਔਰ ਕੰਨਾਂ ਤਾਈਂ ਖਿੱਚ ਕੇ ਤਾਣ ਕੇ ਦੁਸ਼ਮਣ ਦੀ ਛਾਤੀ ਦਾ ਨਿਸ਼ਾਨਾ ਲਿਆ ਹੈ। ਲਗਿਓ ਖਾਨ ਕਾਨਾ ਫੇਰ ਇੱਕ ਖਾਨ ਦੇ ਕੰਨ ਵਿੱਚ ਮਾਰਿਆ ਤੀਰ ਦੋਹਰਾ ਸਭ ਖਾਨਨ ਸਰਦਾਰ ਵੱਡ ਦੂਜੇ ਪਾਸਿਓਂ ਦੀ ਕੱਢ ਦਿੱਤਾ ਹੈ। ਇਸ ਤਰ੍ਹਾਂ ਵੱਡੇ ਵੱਡੇ ਖਾਨ ਜਿਹੜੇ ਚੜੇ ਆ ਰਹੇ ਸਨ ਉਹਨਾਂ ਨੂੰ ਦੱਸ ਦਿੱਤਾ ਵੀ ਹੁਣ ਤੁਹਾਨੂੰ ਟੱਕਰ ਨੂੰ ਦੇਣ ਵਾਲੇ ਕਲਗੀਧਰ ਜੀ ਆ ਗਏ ਨੇ। ਨਾਮ ਜੋ ਭੀਖਨ ਖਾਨ ਉਹਨਾਂ ਵਿੱਚੋਂ ਇੱਕ ਬੜਾ ਨਾਮੀ ਯੋਧਾ ਸਰਦਾਰ ਭੀਖਨ ਖਾਨ ਹੈ। ਨਿਮਕ ਹਰਾਮੀ ਜਾਣ ਇਹ ਕੈ ਨਿਮਕ ਹਰਾਮੀ ਜਿਹੜਾ ਗੁਰੂ ਸਾਹਿਬ ਕੋਲੋਂ ਪਠਾਣਾ ਨੂੰ ਭਜਾ ਕੇ ਲੈ ਗਿਆ ਸੀ। ਮਾਰਿਓ ਤੀਖਨ ਬਾਣ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਭੀਖਨ ਖਾਨ ਵੱਲ ਤੀਰ ਛੱਡਿਆ ਹੈ। ਸਾਬਲ ਛੰਦ ਮੁਖੰ ਤਾਕ ਮਾਰਾ ਉਹਦਾ ਮੂੰਹ ਦਾ ਨਿਸ਼ਾਨਾ ਲੈ ਕੇ ਮਾਰਿਆ ਤੀਰ। ਮਨੋ ਨਾਗਕਾਰਾ ਮਾਨੋ ਤੀਰ ਸੀਗੇ ਕਾਲਾ ਨਾਗ ਸੀਗਾ। ਚਲਿਓ ਸ਼ੁਕ ਆਗੈ ਉਹ ਤੀਰ ਸ਼ੁਕ ਦਾ ਸ਼ਕਾਟੇ ਪਾਉਂਦਾ ਗਿਆ ਹੈ ਰਘੂ ਤਰਾਸ ਲਾਗੈ ਔਰ ਵੈਰੀਆਂ ਨੂੰ ਭੈ ਆਉਂਦਾ ਉਸ ਤੀਰ ਦੀ ਜਦੋਂ ਸ਼ਾਂ ਕਰਕੇ ਆਵਾਜ਼ ਆਉਂਦੀ ਹੈ। ਨਹੀਂ ਠਾੜ ਹੋਵਾ ਕਹਿੰਦੇ ਭੀਖਨ ਖਾਨ ਸਾਹਮਣੇ ਖਲੋ ਨਹੀਂ ਸਕਿਆ ਤੀਰ ਦੇ। ਪ੍ਰਭੂ ਭੀਮ ਜੋਵਾ ਉਹਨੇ ਦਸਵੇਂ ਪਾਤਸ਼ਾਹ ਦਾ ਭਿਆਨਕ ਰੂਪ ਵੇਖ ਲਿਆ ਹੈ। ਬਚਿਓ ਆਪ ਭਾਗਿਓ ਕਹਿੰਦੇ ਭੀਖਨ ਖਾਨ ਉਹ ਜਗ੍ਹਾ ਛੱਡ ਕੇ ਪਿਛਾਂ ਨੂੰ ਭੱਜ ਗਿਆ ਤੇ ਭੱਜ ਕੇ ਬਚਿਆ ਹੈ। ਸਾਹਮਣੇ ਖਲੋਣ ਦੀ ਜੁਰਤ ਨਹੀਂ ਰੱਖੀ। ਤਰੰਗੈ ਸੋ ਲਾਗਿਓ ਉਹਦੇ ਘੋੜੇ ਨੂੰ ਜਾ ਕੇ ਦਸਵੇਂ ਪਾਤਸ਼ਾਹ ਦਾ ਤੀਰ ਵੱਜਿਆ। ਪਰਿਓ ਪਾਰ ਜਾਈ ਉਹ ਤੀਰ ਘੋੜੇ ਦੇ ਵਿੱਚੋਂ ਇੱਕ ਪਾਸੇ ਲੰਘ ਕੇ ਦੂਜੇ ਪਾਸੇ ਪਾਰ ਹੋ ਗਿਆ ਤੇ ਭੀਖਨ ਖਾਨ ਦਾ ਘੋੜਾ ਮਰ ਗਿਆ। ਗਿਰਿਓ ਜੰਗ ਥਾਈ ਔਰ ਭੀਖਨ ਖਾਨ ਜੰਗ ਦੇ ਮੈਦਾਨ 'ਚ ਘੋੜੇ ਤੋਂ ਬਿਨਾਂ ਹੋ ਗਿਆ, ਘੋੜਾ ਡਿੱਗ ਪਿਆ। ਮਰਿਓ ਸੋ ਕੇ ਕਾਨਾ ਘੋੜਾ ਮਰ ਗਿਆ ਜੰਗ ਵਿੱਚ ਭੀਖਨ ਖਾਨ ਦਾ। ਤਲਿਓ ਤਿਆਗ ਖਾਨਾ ਤੇ ਉਹ ਘੋੜੇ ਨੂੰ ਛੱਡ ਕੇ ਖਾਨ ਪੈਦਲ ਦੌੜਨ ਲੱਗਾ ਭੀਖਨ ਖਾਨ। ਗੁਰੂ ਬਾਣ ਆਨਾ ਗੁਰੂ ਸਾਹਿਬ ਜੀ ਨੇ ਦੂਜਾ ਤੀਰ ਕੱਢਿਆ ਭੱਥੇ ਵਿੱਚੋਂ। ਜੈ ਹਨ ਖਾਨਾ ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਪਠਾਣਾ ਵੱਲ ਚਲਾ ਦਿੱਤਾ। ਨਦਨ ਚੰਦ ਛਿਪਰਮ ਕਹਿੰਦੇ ਨੰਦ ਚੰਦ ਗੁਰੂ ਕੇ ਦੀਵਾਨ ਨੇ ਬੜੀ ਛੇਤੀ ਨਾਲ ਦਇਆ ਰਾਮ ਵਿਪਰਮ ਔਰ ਪੰਡਤ ਦਇਆ ਰਾਮ ਜੀ ਨੇ ਗੁਰੂ ਕੋ ਪਹਿਰਾ ਗੁਰੂ ਸਾਹਿਬ ਦਾ ਵੀਰ ਰਸ ਵੇਖ ਕੇ ਸੰਗਾਂ ਨੂੰ ਵਡੇਰਾ ਤੇ ਘਮਸਾਨ ਦਾ ਜੁੱਧ ਵੇਖ ਕੇ ਬਰੇ ਧਾਏ ਦੋਈ ਹੌਸਲੇ ਵਧਾ ਲਏ ਤੇ ਨੰਦ ਚੰਦ ਤੇ ਦਇਆ ਰਾਮ ਦੌੜ ਕੇ ਦੁਸ਼ਮਣ ਦੇ ਗਲ ਪੈ ਗਏ ਵੀ ਸੱਚੇ ਪਾਤਸ਼ਾਹ ਖੁਦ ਆ ਗਏ ਮੈਦਾਨ ਵਿੱਚ। ਹੁਣ ਕਾਹਦੀ ਘਬਰਾਹਟ ਹੈ? ਹੌਸਲੇ ਵੱਧ ਜਾਂਦੇ ਜਦੋਂ ਫੌਜ ਦਾ ਜਰਨੈਲ ਨਾਲ ਲੜ ਰਿਹਾ ਹੋਵੇ। ਕਲਗੀਧਰ ਪਾਤਸ਼ਾਹ ਦੇ ਆਉਣ ਨਾਲ ਸਿੰਘਾਂ ਦੇ ਹੌਸਲੇ ਦੁੱਗਣੇ ਚੌਗਣੇ ਹੋ ਗਏ। ਹਨੈ ਖਾਨ ਸੋਈ ਔਰ ਖਾਨਾਂ ਨੂੰ ਪੈ ਗਏ ਦਇਆ ਰਾਮ ਤੇ ਨੰਦ ਚੰਦ। ਕਰਿਓ ਜ਼ੋਰ ਹੱਲਾ ਔਰ ਜ਼ੋਰ ਦਾ ਹੱਲਾ ਕੀਤਾ ਇਹਨਾਂ ਨੇ। ਨਹੀਂ ਜਾਏ ਚੱਲਾ ਜਿਹੜਾ ਦੁਸ਼ਮਣਾਂ ਕੋਲੋਂ ਪਠਾਣਾ ਕੋਲੋਂ ਚੱਲਿਆ ਨਹੀਂ ਜਾਂਦਾ। ਕਰਿਓ ਸ਼ੋਰ ਉੱਚਾ ਬੜਾ ਸ਼ੋਰ ਮਚਿਆ, ਮਾਰ ਲੋ ਮਚ ਗਈ ਹੈ। ਸੋ ਦੂਰੇ ਪਹੁੰਚਾ ਔਰ ਦੂਰ ਜਾ ਪਹੁੰਚੇ ਦੁਸ਼ਮਣ ਦੇ ਉੱਤੇ। ਲਿਗੇ ਖਾਨ ਨਹੀਂ ਖਾਨਾਂ ਦੇ ਪੈਰ ਹਿੱਲਣੇ ਸ਼ੁਰੂ ਹੋ ਗਏ। ਖਾਨ ਪਿਛਾ ਹੁੰਦੇ ਆ ਸਿੱਖਾਂ ਤੋਂ। ਹਿਰਦੇ ਤਰਾਸ ਮਾਹੀ ਮਨ ਵਿੱਚ ਡਰ ਪੈ ਗਿਆ। ਗੁਰੂ ਸਾਹਿਬ ਦਾ ਤੀਰ ਕੋਈ ਖਾਲੀ ਜਾ ਹੀ ਨਹੀਂ ਰਿਹਾ। ਪ੍ਰਹਾਰੇ ਸੋ ਭਾਗੇ ਜਿਹੜੇ ਵੱਲ ਗੁਰੂ ਸਾਹਿਬ ਤੀਰ ਮਾਰਦੇ ਨੇ 10-10 ਬੰਦੇ ਉਹੀ ਗਸ਼ ਖਾ ਕੇ ਡਿੱਗ ਪੈਂਦੇ ਵੀ ਤੀਰ ਸਾਨੂੰ ਨਾ ਲੱਗ ਜਾਵੇ। ਬੜੇ ਘਾਵ ਲਾਗੇ ਬੜਾ ਘਮਸਾਨ ਦਾ ਜੰਗ ਮਚਿਆ, ਘੋੜਿਆਂ ਨੂੰ ਜ਼ਖਮ ਲੱਗੇ ਨੇ। ਭਇਓ ਜੰਗ ਭਾਰਾ ਬੜਾ ਭਾਰੀ ਜੰਗ ਹੋ ਰਿਹਾ ਹੈ। ਨਾ ਜਾਈ ਸਹਾਰਾ ਕਿਸੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਆਪਣੇ ਆਪ ਨੂੰ। ਕੋਈ ਪੈਰ ਖੜਾ ਕੇ ਖੜ ਨਹੀਂ ਸਕੇ ਪਠਾਨ। ਹਜ਼ਾਰੇ ਸੁਜੋਦਾ ਹਜ਼ਾਰਾਂ ਯੋਧੇ ਜਿਹੜੇ ਪਹਾੜੀਆਂ ਦੇ ਆਏ ਸੀਗੇ ਭਜੇ ਤਿਆਗ ਕ੍ਰੋਧਾ ਉਹ ਆਪਣਾ ਵੀਰ ਰਸ ਛੱਡ ਕੇ
ਅਣਖ ਗੈਰਤ ਗਵਾ ਕੇ ਭੱਜਣ ਲੱਗੇ ਨੇ। ਮਿਲੇ ਭੂਤ ਪ੍ਰੇਤੰ ਉਸ ਵੇਲੇ ਜੰਗ ਦਾ ਮੈਦਾਨ ਬੜਾ ਭਿਆਨਕ ਬਣਿਆ ਹੋਇਆ ਤੇ ਭੂਤ ਪ੍ਰੇਤ ਜਿੰਨ ਬੈਤਾਲ ਕਲਯੋਗਣਾ 52 ਵੀਰ ਖੂਨ ਦੇ ਖੱਪਰ ਪੀਂਦੇ ਆ। ਚੰਡੀ ਦੀ ਆਵਾਜ਼ ਮਾਰੇ ਕਹਿੰਦੇ ਆ ਭੂਤਾਂ ਇਲਾ ਕਾਗੀ ਗੋਸਤ ਭਖਿਆ ਹੁਮੜ ਧੁੰਮੜ ਜਾਗੀ ਧਰਤੀ ਸੂਰਿਆ। ਇਹੋ ਜਿਹਾ ਭਿਆਨਕ ਸੀਨ ਕਵੀ ਹੁਣ ਬਿਆਨ ਕਰਨ ਲੱਗੇ ਆ ਵੀ ਥਾਂ ਥਾਂ ਤੇ ਲਾਸ਼ਾਂ ਖਿਲਰੀਆਂ ਪਈਆਂ ਨੇ, ਗਿੱਦੜ ਖੂਨ ਪੀ ਕੇ ਕੂਕਦੇ ਆ, ਕੁੱਤੇ ਲਾਸ਼ਾਂ ਘੜੀਸੀ ਫਿਰਦੇ ਆ, ਗਿੱਧਾ ਮਾਸ ਖਾ ਰਹੀਆਂ ਨੇ, ਬੰਦਿਆਂ ਦੇ ਮੁਰਦਿਆਂ ਦੇ ਪੇਟ ਚੋਂ ਆਂਦਰਾਂ ਕੱਢੀਆਂ ਬਾਹਰ ਪਈਆਂ ਨੇ, ਕਿਸੇ ਦੀ ਅੱਖ ਬਾਹਰ ਆਈ ਹੋਈ ਗੋਲੀ ਲੱਗ ਕੇ ਕਿਸੇ ਦਾ ਕਾਲਜਾ ਬਾਹਰ ਨੂੰ ਲਟਕਿਆ ਪਿਆ ਹੈ, ਕਿਸੇ ਦੀ ਲੱਤ ਵੱਢੀ ਪਈ ਹੈ, ਕਿਸੇ ਦੀ ਬਾਹ ਵੱਢੀ ਪਈ ਹੈ। ਇਹ ਭਾਈ ਸਾਹਿਬ ਜੀ ਹੁਣ ਰੋਦਰ ਰਸ ਬੀਬਦਸ ਰਸ ਜਿਹੜੇ ਨੇ ਉਹ ਬਿਆਨ ਕਰ ਰਹੇ ਨੇ। ਹਾਂਜੀ, ਭਖੈ ਮਾਸ ਖੇਤੰ ਕਹਿੰਦੇ ਮਾਸ ਖਾਣ ਵਾਲੇ ਪਸ਼ੂ ਜਿਹੜੇ ਨੇ ਉਹ ਮੈਦਾਨ ਵਿੱਚ ਮਾਸ ਖਾ ਖਾ ਕੇ ਰੱਜ ਰਹੇ ਨੇ, ਡਕਾਰ ਮਾਰ ਰਹੇ ਨੇ। ਵੱਡੀ ਗ੍ਰਿਚ ਬੋਲਾਂ ਵੱਡੀਆਂ ਗਿੱਧਾਂ ਤੇ ਛੋਟੀਆਂ ਇਲਾਂ ਤੇ ਛੋਟੀਆਂ ਹੁੰਦੀਆਂ ਤੇ ਗਿੱਧਾਂ ਬਜ਼ੁਰਗਾਂ ਨੇ ਵੇਖੀਆਂ ਹੋਈਆਂ ਨੇ ਵਾਹ ਵਾਹ ਤਗੜੀਆਂ, ਉਹ 50 60 ਕਿਲੋ ਭਾਰ ਹੁੰਦਾ ਗਿੱਧਾਂ ਦਾ, ਬੜੀਆਂ ਤਗੜੀਆਂ ਹੁੰਦੀਆਂ ਤੇ ਉਹ ਗਿੱਧਾਂ ਜਿਹੜੀਆਂ ਨੇ ਉਹ ਬੋਲਦੀਆਂ ਨੇ, ਬੜੀ ਅਜੀਬ ਆਵਾਜ਼ ਕੱਢਦੀਆਂ ਨੇ ਮੈਦਾਨੇ ਜੰਗ ਵਿੱਚ ਮੁਰਦਿਆਂ ਦਾ ਮਾਸ ਖਾ ਖਾ ਕੇ। ਵਿਸਾਲੀ ਕਲੋਲਾਂ ਔਰ ਬੜੀਆਂ ਕਲੋਲਾਂ ਕਰਦੀਆਂ ਨੇ, ਰੱਜ ਰੱਜ ਕੇ ਨਿਰਭੈ ਹੋ ਕੇ ਖਾਂਦੀਆਂ ਨੇ ਮਾਸ ਮੁਰਦਿਆਂ ਦਾ। ਫਿਰੇ ਆਨ ਸਿਆਰੰ ਔਰ ਗਿੱਦੜ ਆ ਕੇ ਮੈਦਾਨੇ ਜੰਗ ਵਿੱਚ ਫਿਰਦੇ ਨੇ ਮਾਸ ਖਾਣ ਲਈ। ਪੁਕਾਰੈ ਪੁਕਾਰੰ ਔਰ ਉੱਚੀਆਂ ਉੱਚੀਆਂ ਚੀਕਾਂ ਮਾਰਦੇ ਨੇ, ਕੂਕਦੇ ਨੇ ਗਿੱਦੜ। ਮਿਲੀ ਜੋਗਨੀਆਂ ਔਰ 64 ਜੋਗਣੀਆਂ ਇਕੱਠੀਆਂ ਹੋ ਕੇ ਕਾਲੀ ਕਲਕੱਤੇ ਵਾਲੀ ਦੇ ਨਾਲ ਆ ਗਈਆਂ ਨੇ। ਮਹਾ ਸ਼੍ਰੋਣ ਪੀਆਂ ਤੇ ਖੱਪਰ ਭਰ ਲਹੂ ਪੀਂਦੀ ਹੈ ਕਾਲੀ। ਡੱਕੀ ਡਾਕਣਾਈ ਔਰ ਡੈਣਾ ਜਿਹੜੀਆਂ ਨੇ ਡੈਣਾ ਉਹ ਡੱਕੀ ਖੂਨ ਪੀ ਕੇ ਡਕਾਰ ਮਾਰਦੀਆਂ ਨੇ, ਡੱਕੀ ਦੀਆਂ ਰੱਜ ਗਈਆਂ ਨੇ, ਡਕਾਰ ਅਗਾਈ ਰੱਜ ਕੇ ਲਹੂ ਦੇ ਨਾਲ ਡਕਾਰਦੀਆਂ ਨੇ ਕਲਯੋਗਣਾ। ਭਇਓ ਭੀਮ ਥਾਨਾ ਬੜਾ ਭਿਆਨਕ ਯੁੱਧ ਦਾ ਥਾਂ ਹੈ। ਮੀਲਾਂ ਵਿੱਚ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ, ਘੋੜੇ ਮਰੇ ਪਏ, ਊਂਠ ਮਰੇ ਪਏ, ਜਵਾਨ ਮਰੇ ਪਏ ਹਨ। ਦ੍ਰਿਸੇ ਪ੍ਰਿੰਦ ਖਾਨਾ ਬਹੁਤ ਸਾਰੇ ਖਾਨ ਪਠਾਨ ਮਰੇ ਪਏ ਨੇ ਤੇ ਪਠਾਨਾਂ ਨੂੰ ਹੁਣ ਭੈ ਡਰ ਆਉਣ ਲੱਗਾ ਵੀ ਸਾਡੇ ਤੇ ਵੱਡੇ ਵੱਡੇ ਯੋਧੇ, ਪਹਿਲਾਂ ਹਯਾਤ ਖਾਂ ਮਰ ਗਿਆ ਸੀ, ਹੁਣ ਨਿਜ਼ਾਮਤ ਖਾਂ ਵੀ ਪਾਰ ਬੋਲਿਆ ਤੇ ਭੀਖਰ ਖਾਂ ਦਾ ਘੋੜਾ ਗੁਰਾਂ ਨੇ ਮਾਰ ਦਿੱਤਾ ਹੈ। ਬਰੀ ਲੋਥ ਬ੍ਰਿੰਦਾ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਨੇ। ਮਿਲੰਦਾ ਨਿਕਲਦਾ ਕਹਿੰਦੇ ਬੜੇ ਸੂਰਮੇ ਮਰੇ ਪਏ ਨੇ। ਪ੍ਰਿਥੀ ਸ਼ਰਨ ਫੈਲਾ ਧਰਤੀ ਤੇ ਲਹੂ ਦੇ ਪਰਨਾਲੇ ਵਗ ਰਹੇ ਨੇ, ਧਰਤੀ ਲਾਲ ਹੋ ਗਈ ਹੈ। ਬਰਿਓ ਐਲ ਪਹਿਲਾ ਆਲੇ ਦੁਆਲੇ ਥਾਂ ਥਾਂ ਦੇ ਲਹੂ ਦੇ ਛੱਪੜ ਪਏ ਨੇ। ਦੋਹਰਾ ਜੀਤ ਮਲ ਦੇ ਤੀਰ ਸੋ ਜੀਤ ਮਲ ਮੈਦਾਨੇ ਜੰਗ ਵਿੱਚ ਡਿੱਗਿਆ, ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਸ਼ਹੀਦ ਹੋ ਗਏ ਹਰੀ ਚੰਦ ਮੁਰਝਾਏ ਤੇ ਉਹਦੇ ਤੀਰ ਨਾਲ ਹਰੀ ਚੰਦ ਬੇਹੋਸ਼ ਹੋ ਗਿਆ ਸੀ। ਸਨੇ ਸਨੇ ਲਹਿ ਚੇਤਨਾ ਕਹਿੰਦੇ ਹਰੀ ਚੰਦ ਨੂੰ ਹੌਲੇ ਹੌਲੇ ਹੋਸ਼ ਆਈ ਹੰਡੂਰੀਏ ਨੂੰ। ਦੇਖੇ ਖਾਨ ਮਰਾਏ ਉਹਨੇ ਵੇਖਿਆ ਵੀ ਮੇਰੀ ਫੌਜ ਦੇ ਸਾਰੇ ਬੰਦੇ ਭੱਜਣ ਲੱਗ ਪਏ ਤੇ ਖਾਨ ਵੀ ਭੱਜਣ ਲੱਗੇ ਨੇ। ਉਮੜਿਓ ਆਵਤ ਗੁਰੂ ਦਲ ਉਦੋਂ ਗੁਰੂ ਦੀ ਫੌਜ ਵੱਧਦੀ ਆ ਰਹੀ ਹੈ। ਜੰਗ ਫਤਿਹ ਕੋ ਪਾਏ ਤੇ ਸਿੱਖਾਂ ਦੀ ਜਿੱਤ ਹੋ ਰਹੀ ਹੈ ਤੇ ਅਸੀਂ ਹਾਰ ਚੱਲੇ ਆ। ਸਹਿ ਨਾ ਸਕਿਓ ਨਿਜ ਹਾਰ ਕੋ ਹਰੀ ਚੰਦ ਹੰਡੂਰੀਆ ਆਪਣੀ ਹਾਰ ਸਹਿ ਨਹੀਂ ਸਕਿਆ। ਆਪ ਸੁਦ੍ਰਿੜ ਬੰਦਵਾਏ ਔਰ ਫਿਰ ਉਹਨੇ ਆਪਣਾ ਜ਼ਖਮ ਜਿਹੜਾ ਸੀ ਨਾ, ਜਿਹੜਾ ਜੀਤ ਮਲ ਦਾ ਉਹਨੂੰ ਤੀਰ ਵੱਜਿਆ ਸੀ, ਉਹਦਾ ਉਹਨੇ ਇਲਾਜ ਕਰਾਇਆ। ਪੱਟੀ ਜਿਹੜੀ ਹੈ ਨਾ ਵਿੱਚ ਰੂਈ ਪਾ ਕੇ ਦਵਾਈਆਂ ਪਾ ਕੇ ਉਹ ਅੰਦਰ ਪਾ ਦਿੱਤੀ ਤਾਂ ਕਿ ਖੂਨ ਬੰਦ ਹੋ ਜਾਵੇ ਤੇ ਉਹਨੂੰ ਹੋਸ਼ ਆ ਗਈ ਤੇ ਕੁਝ ਉਹ ਆਪਣੀ ਦਵਾਈ ਪੀ ਕੇ ਤੇ ਖਾ ਕੇ ਤੇ ਲੜਾਈ ਦੇ ਮੈਦਾਨ 'ਚ ਆ ਗਿਆ। ਰਸਾਵਲ ਛੰਦ ਹਰੀ ਚੰਦ ਜੋਧਾ ਹਰੀ ਚੰਦ ਬੜਾ ਨਾਮੀ ਯੋਧਾ ਸੀ। ਉਠਿਓ ਫੇਰ ਕਰੋਦਾ ਗੁੱਸਾ ਖਾ ਕੇ ਆਇਆ। ਸਵਾਰਿਓ ਕੁਦੰਡਾ ਉਹਨੇ ਤੀਰ ਕਮਾਨ ਸੰਭਾਲ ਲਿਆ ਆਪਣਾ। ਸਰੰਗ ਸੰਦ ਛੰਡਾ ਔਰ ਤੀਰ ਵੀ ਬੜੇ ਕਸ ਕੇ ਮਾਰਦਾ ਹਰੀ ਚੰਦ। ਕੁਨਮ ਆਨ ਲੀਨੇ ਉਹਨੇ ਆ ਕੇ ਮੈਦਾਨੇ ਜੰਗ ਵਿੱਚ ਫੇਰ ਜੰਗ ਦਾ ਰੁਖ ਬਦਲ ਦਿੱਤਾ। ਫਿਰ ਉਹਨੇ ਸਿੱਖਾਂ ਨੂੰ ਤੀਰ ਮਾਰਨੇ ਸ਼ੁਰੂ ਕੀਤੇ। ਤਜੇ ਓਜ ਕੀਨੇ ਬੜਾ ਬਲੀ ਸੀ, ਕਸ ਤੀਰ ਮਾਰਦਾ ਸੀ ਹਰੀ ਚੰਦ। ਗੁਰੂ ਵੀਰ ਮਾਰੇ ਗੁਰੂ ਸਾਹਿਬ ਦੀ ਫੌਜ ਦੇ ਚੰਗੇ ਚੰਗੇ ਯੋਧੇ ਉਹਨੇ ਸ਼ਹੀਦ ਕਰ ਦਿੱਤੇ। ਸਾਹਿਬ ਕਲਗੀਧਰ ਆਪਣੀ ਕਲਮ ਨਾਲ ਲਿਖਦੇ ਨੇ,
ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਉਹ ਕਹਿੰਦੇ ਜੋਧਿਆਂ ਨੂੰ ਲਤਾੜ ਸੁੱਟਦਾ ਸੀ, ਐਡਾ ਬਲੀ ਸੀ ਹਰੀ ਚੰਦ। ਜੋ ਆਗੇ ਪਧਾਰੇ ਜਿਹੜਾ ਉਹਦੇ ਸਾਹਮਣੇ ਆਇਆ ਉਹਨੇ ਟਿਕਣ ਨਹੀਂ ਦਿੱਤਾ। ਜਿਸੈ ਅੰਗ ਲਾਗੈ ਉਹਦਾ ਤੀਰ ਜਿਸ ਨੂੰ ਵੀ ਲੱਗਦਾ ਸੀ ਤਬੈ ਪ੍ਰਾਣ ਤਿਆਗੈ। ਉਹ ਸਿੱਖ ਉਸੇ ਵੇਲੇ ਸ਼ਹੀਦ ਹੋ ਜਾਂਦਾ ਸੀ, ਪ੍ਰਾਣ ਤਿਆਗ ਜਾਂਦਾ ਸੀ ਉਹਦੇ ਤੀਰ ਨਾਲ। ਸੁਰਨ ਲੋਕ ਜਾਵੈ ਗੁਰੂ ਦੇ ਸਿੱਖ ਸ਼ਹੀਦੀਆਂ ਪਾ ਕੇ ਸੱਚਖੰਡ ਜਾ ਰਹੇ ਸਨ। ਬਰਹੂਰ ਆਵੈ ਉਹਨਾਂ ਨੂੰ ਵਰਨ ਵਾਸਤੇ ਸੱਚਖੰਡ ਤੋਂ ਅਪਸਰਾਵਾਂ ਆਉਂਦੀਆਂ, ਹਾ ਹੂ ਗਧਰਵੇ ਅਪਸਰਾ ਅੰਤ ਮੰਗਲ ਧੁਨ ਗਾਵਣੀ ਨੀਕੀ। ਉਹ ਆ ਕੇ ਹੂਰਾਂ ਵਰਦੀਆਂ ਯੋਧਿਆਂ ਨੂੰ ਤਉ ਵੀਰ ਭਾਰੇ ਤਾਂ ਵੀ ਕਹਿੰਦੇ ਬੜੇ ਸੂਰਮੇ ਯੋਧੇ ਮਰੇ ਨਾ ਪਿਛਾਰੇ। ਪਿੱਛੇ ਨਹੀਂ ਹਟਦੇ, ਹਰੀ ਚੰਦ ਨੂੰ ਟੱਕਰ ਦੇ ਰਹੇ ਨੇ ਪੂਰੀ। ਹਲਨ ਹਾਲ ਘਾਲੇ ਬੜਾ ਹਲੇ ਤੇ ਹੱਲਾ ਮਚ ਗਿਆ ਹੈ। ਅਗੇ ਪਾਏ ਢਾਲੇ ਔਰ ਪੈਰ ਅੱਗੇ ਹੀ ਕਰਦੇ ਨੇ, ਪਿੱਛੇ ਨਹੀਂ ਹਟਦੇ ਗੁਰੂ ਕੇ ਲਾਲ। ਹਰੀ ਚੰਦ ਹੇਰੇ ਹਰੀ ਚੰਦ ਨੇ ਵੇਖਿਆ ਸੋ ਕੋਪਿਓ ਕਨੇਰੇ। ਬੜੇ ਗੁੱਸੇ 'ਚ ਆ ਕੇ ਗਰਜਿਆ ਹਰੀ ਚੰਦ, ਭੌਂਕਿਆ ਸ਼ੇਰ ਦੀ ਤਰ੍ਹਾਂ। ਸਤੇ ਬਣ ਦਊ ਔਰ ਉਹਨੇ ਦੋ ਤੀਰ ਇਕੱਠੇ ਹੀ ਕਮਾਨ 'ਚ ਪਾ ਕੇ ਛੱਡੇ। ਕਰੇ ਓਜ ਸੋ ਔਰ ਕਹਿੰਦੇ ਬੜੇ ਬਲ ਨਾਲ ਦੋ ਮਾਰੇ। ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਦੋਏ ਨੂੰ ਬਾਣ ਪਾ ਇੱਕ ਬਾਰ ਖਿੱਚਿਆ, ਦੋ ਬਾਣ ਤੀਰ ਪਾ ਕੇ ਇੱਕੋ ਵਾਰੀ ਖਿੱਚ ਕੇ ਚਲਾ ਦਿੰਦਾ ਸੀ, ਐਡਾ ਬਲੀ ਸੀਗਾ। ਹਦਾ ਇੱਕ ਵਾਰੀ ਇੱਕੋ ਵਾਰੀ ਦੋ ਤਿੰਨ ਤੀਰ ਛੱਡਦਾ ਸੀ ਕਮਾਨ ਵਿੱਚੋਂ ਪਾ ਕੇ। ਲਗਾ ਹੋਏ ਪਾਰੀ ਕਹਿੰਦੇ ਉਹਦੇ ਤੀਰ ਜਿਹਨੂੰ ਲੱਗਦੇ ਸਾਲ ਪਾਰ ਨਹੀਂ ਜਾਂਦੇ। ਵੱਟਣ ਹੋਇਆ ਕੇ ਘੋਰਾ ਭਾਵੇਂ ਕੋਈ ਜੋਧਾ ਹੋਵੇ ਭਾਵੇਂ ਕੋਈ ਘੋੜਾ ਹੋਵੇ, ਜਿਹਨੂੰ ਹਰੀ ਚੰਦ ਤੀਰ ਮਾਰੇ ਨਾ ਘੋੜਾ ਬਚੇ ਨਾ ਜਵਾਨ ਬਚੇ। ਪ੍ਰਹਾਰੇ ਸੁਜੋਰਾ ਬੜੇ ਜ਼ੋਰ ਨਾਲ ਤੀਰ ਮਾਰਦਾ ਹਰੀ ਚੰਦ। ਕਲਮ ਫੋਰ ਦੇਤਾ ਉਹ ਸੂਰਮਿਆਂ ਦੇ ਸਰੀਰ ਵਿੰਨ ਸੁੱਟੀ ਜਾਂਦਾ ਹੈ। ਗਿਰੇ ਜੰਗ ਖੇਤਾ ਬੜੇ ਸੂਰਮੇ ਗੁਰੂ ਦੇ ਲਾਲ ਸ਼ਹੀਦ ਹੋ ਗਏ, ਜੰਗ ਦੇ ਮੈਦਾਨ 'ਚ ਡਿੱਗੇ ਨੇ। ਉਠਾ ਪੈ ਨਾ ਸੋਈ ਕਹਿੰਦੇ ਜਿਹਨੂੰ ਹਰੀ ਚੰਦ ਦਾ ਤੀਰ ਵੱਜਦਾ ਉੱਠਣ ਜੋਗਾ ਨਹੀਂ ਰਹਿੰਦਾ। ਉਹ ਮਹਾ ਨੀਂਦ ਸੋਈ ਕਹਿੰਦੇ ਸੁੱਖ ਦੀ ਨੀਂਦ ਸੌ ਜਾਂਦਾ। ਗੁਰੂ ਹੇਰ ਕਥਾ ਕੋ ਗੁਰੂ ਕਲਗੀਧਰ ਨੇ ਹਰੀ ਚੰਦ ਵੱਲ ਵੇਖਿਆ। ਬੜੋ ਵੀਰ ਬਾਂਕੋ ਬੜਾ ਵੀਰ ਬਾਂਕਾ ਜੋਧਾ ਹਰੀ ਚੰਦ ਸਾਹਮਣੇ ਖੜਾ ਹੈ। ਗਏ ਤਾਹੇ ਆਗੇ ਮਹਾਰਾਜ ਦਸਵੇਂ ਪਾਤਸ਼ਾਹ ਹਰੀ ਚੰਦ ਵੱਲ ਗਏ ਹਨ। ਜਿਸੇ ਕੋ ਬਜਾਗੇ ਉਦੋਂ ਹਰੀ ਚੰਦ ਵੀ ਵੀਰ ਰਸ ਵਿੱਚ ਰੱਤਾ ਹੋਇਆ ਤੀਰਾਂ ਦੀ ਵਰਖਾ ਕਰ ਰਿਹਾ ਹੈ। ਹਰੀ ਚੰਦ ਦੇਖਾ ਹਰੀ ਚੰਦ ਨੇ ਦੇਖਿਆ ਪ੍ਰਭੂ ਜੀ ਪਰੇਖਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਗਏ ਨੇ, ਸੀਸ ਤੇ ਲੱਗੀ ਕਲਗੀ, ਸੁਨਹਿਰੀ ਘੋੜੇ ਦੀ ਕਾਠੀ, ਸ਼ਾਹੀ ਲਿਬਾਸ। ਮਹਾਰਾਜ ਦਾ ਜਾਹੋ ਜਲਾਲ ਸਾਰਿਆਂ ਤੋਂ ਵੱਖਰਾ ਸੀਗਾ। ਦੇਖ ਕੇ ਅੰਦਾਜ਼ਾ ਲਾ ਰਿਹਾ ਹਰੀ ਚੰਦ ਨੇ ਕਿ ਇਹੀ ਕਲਗੀਧਰ ਪਾਤਸ਼ਾਹ ਜੀ ਹਨ। ਤਬੈ ਤਾਨ ਬਾਨ ਆ ਕਹਿੰਦੇ ਰਾਜੇ ਹਰੀ ਚੰਦ ਨੇ ਕਮਾਨ ਚੋਂ ਤੀਰ ਛੱਡਿਆ। ਬਲੀ ਵੀਰ ਜਵਾਨ ਬੜਾ ਬਲੀ ਸੂਰਮਾ ਹਰੀ ਚੰਦ ਨੇ ਪੱਥਿਓਂ ਤੀਰ ਕੱਢ ਕੇ ਕਮਾਨ ਚਾੜਿਆ। ਗੁਰੂ ਔਰ ਮਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਦਾ ਨਿਸ਼ਾਨਾ ਲਾ ਕੇ ਮਾਰਿਆ। ਮਨੋ ਆਏ ਮਾਰਾ ਉਹਨੇ ਇਹੋ ਜਿਹਾ ਤੀਰ ਮਾਰਿਆ ਵੀ ਮਾਨੋ ਗੁਰੂ ਨੂੰ ਮਾਰ ਹੀ ਲਵੇਗਾ। ਆਪਣੇ ਵੱਲੋਂ ਤੇ ਉਹਨੇ ਇੱਕੋ ਤੀਰ ਨਾਲ ਹੀ ਕੰਮ ਫਤਿਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਇਓ ਹੱਥ ਠਾਗਾ ਕਿ ਪਰ ਉਹਦਾ ਹੱਥ ਹਿਰ ਗਿਆ। ਹੈ ਅੰਗ ਲਾਗਾ ਆ ਕੇ ਘੋੜੇ ਦੀ ਕਾਠੀ ਵਿੱਚ ਹੰਨੇ ਵਿੱਚ ਤੀਰ ਵੱਜਾ ਕਛੂ ਆਪ ਥੋਰਾ ਤੇ ਕਹਿੰਦੇ ਥੋੜਾ ਜਿਹਾ ਬਚਾਅ ਹੋ ਗਿਆ। ਪ੍ਰਭੂ ਕੇਰ ਘੋਰਾ ਮਹਾਰਾਜ ਦੇ ਘੋੜੇ ਨੂੰ ਮੂਲੀ ਦੀ ਝਰੀਟ ਵੱਜੀ ਹੈ। ਤਿਮਨ ਵੇਗ ਧਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਮੇਘ ਦੇ ਨਾਲ ਸੋ ਪੀਰਾ ਸਹਾਰੇ ਘੋੜਾ ਦਾ ਪੈਂਦਾ ਬਦਲ ਲਿਆ ਤੇ ਪੀੜ ਘੋੜੇ ਨੂੰ ਹੋਈ, ਸੱਟ ਵੱਜੀ ਹੈ, ਤੀਰ ਵੱਜਾ ਹੈ। ਐਸਿਓ ਸੈਲ ਰਾਜਾ ਤੇ ਗੁੱਸਾ ਚੜ ਗਿਆ ਹਰੀ ਚੰਦ ਨੂੰ ਵੀ ਮੇਰਾ ਤੀਰ ਖਾਲੀ ਕਿਉਂ ਗਿਆ ਹੈ। ਸਰਿਓ ਨਾਹੀ ਕਾਜਾ ਮੇਰਾ ਤੀਰ ਨਾਲ ਕੰਮ ਸਰਿਆ ਨਹੀਂ, ਮੇਰੇ ਤੀਰ ਨਾਲ ਗੁਰੂ ਮਰਿਆ ਨਹੀਂ। ਲਿਓ ਬਾਨ ਆਨਾ ਉਹਨੇ ਦੂਜਾ ਤੀਰ ਕੱਢਿਆ ਭੱਥੇ ਵਿੱਚੋਂ। ਸੁਚਾਪਨ ਸਧਾਨਾ ਫਿਰ ਉਹਨੇ ਕਮਾਨ ਵਿੱਚ ਚਾੜ ਕੇ ਸੇਧ ਲਾਈ, ਨਿਸ਼ਾਨਾ ਲਾਇਆ। ਗੁਰੂ ਵੀਰ ਭਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਮਹਾਬਲੀ ਸੂਰਬੀਰ ਯੋਧੇ ਸਤਿਗੁਰੂ ਨਿਹਾਰੇ ਅਗਾਰੀ ਅੱਗੋਂ ਵੇਖ ਰਹੇ ਸਨ ਹਰੀ ਚੰਦ ਦਾ ਤੀਰ ਆਉਂਦਾ। ਬਨਾਏ ਨਿਸ਼ਾਨਾ ਉਹਨੇ ਮਹਾਰਾਜ ਦੇ ਮੱਥੇ ਦਾ ਨਿਸ਼ਾਨਾ ਲਾਇਆ ਤਜਿਓ ਤੀਖ ਬਾਨਾ ਔਰ ਤਿੱਖਾ ਤੀਰ ਛੱਡਿਆ ਹਰੀ ਚੰਦ ਨੇ। ਗਇਓ ਹੱਥ ਹਾਲੀ ਫੇਰ ਵੀ ਹੱਥ ਹੱਲ ਗਿਆ ਉਸਦਾ, ਗਇਓ ਵਾਰ ਖਾਲੀ ਵਾਰ ਖਾਲੀ ਗਿਆ ਹਰੀ ਚੰਦ ਦਾ। ਛੋਇਓ ਸ਼੍ਰੋਣ ਸੰਗਾ ਮਹਾਰਾਜ ਸਾਹਿਬ ਜੀ ਦੇ ਕੰਨ ਦੇ ਕੋਲ ਦੁਮਾਲੇ ਦੇ ਕੋਲੋਂ ਛੂ ਕੇ ਤੀਰ ਲੱਗ ਗਿਆ। ਮਹਾਰਾਜ ਕਹਿੰਦੇ ਦੁੱਤੀਆ ਤਾੜ ਕਾ ਤੀਰ ਮੋਕੋ ਚਲਾਏ
ਉਹ ਦੂਜਾ ਤੀਰ ਸਾਡੇ ਕੰਨ ਨੂੰ ਛੂ ਕੇ ਲੰਘ ਗਿਆ। ਪਵਿੱਤਰ ਨਾਟਕ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਪਰਿਓ ਸੁਖ ਤੰਗਾ ਉਹ ਤੀਰ ਜਾ ਪਿਆ ਪਰਾਂ, ਕਛੂ ਆਵ ਹੋਵਾ ਕੁਛ ਅੱਗੇ ਹੋ ਕੇ ਲਹੂ ਪ੍ਰਿੰਦ ਜੋਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਿਆ, ਹਰੀ ਚੰਦ ਹੇਰੇ ਹਰੀ ਚੰਦ ਵੱਲ ਵੇਖਿਆ, ਹਰੀ ਚੰਦ ਨੇ ਵੇਖਿਆ, ਵਿਸਮ ਯੋਗ ਨੇਰੇ। ਹੈਰਾਨ ਹੋਇਆ ਹਰੀ ਚੰਦ ਵੀ, ਮੇਰਾ ਦੂਜਾ ਤੀਰ ਵੀ ਗੁਰੂ ਨੂੰ ਨਹੀਂ ਮਾਰ ਸਕਿਆ। ਲੱਗਿਆ ਤੀਰ ਨਾਹੀ ਮੇਰਾ ਤੀਰ ਕਿਉਂ ਨਹੀਂ ਲੱਗਦਾ? ਮੇਰਾ ਤੀਰ ਤਾਂ ਕਦੀ ਖਾਲੀ ਨਹੀਂ ਸੀ ਗਿਆ, ਅੱਜ ਮੈਨੂੰ ਹੋ ਕੀ ਗਿਆ? ਹਰੀ ਚੰਦ ਹੈਰਾਨ ਹੈ, ਭਇਓ ਮੋਹਿ ਕਾਹੀ ਮੈਨੂੰ ਕੀ ਹੋ ਗਿਆ ਹੈ? ਰੰਗ ਨਾ ਮਾਰਾ ਗੁਰੂ ਦਾ ਘੋੜਾ ਵੀ ਨਹੀਂ ਮਰਿਆ ਮੇਰੇ ਕੋਲੋਂ, ਨਾ ਸ਼ਤਰੂ ਸੰਘਾਰਾ। ਨਾ ਮੇਰੇ ਕੋਲੋਂ ਗੁਰੂ ਹੀ ਮਰਿਆ ਹੈ। ਜੋ ਵਿਦਿਆ ਕਮਾਈ ਜੋ ਮੈਂ ਇੰਨਾ ਚਿਰ ਸ਼ਸਤਰ ਵਿਦਿਆ ਦੀ ਕਮਾਈ ਕੀਤੀ, ਇੰਨੇ ਸਾਲਾਂ ਤੋਂ ਮੈਂ ਤੀਰਅੰਦਾਜ਼ੀ ਦੇ ਗੁਰ ਸਿੱਖੇ ਨੇ, ਨਹੀਂ ਕਾਮ ਆਈ। ਅੱਜ ਮੇਰੇ ਕੰਮ ਨਹੀਂ ਆ ਰਹੇ, ਮੇਰੀ ਵਿਦਿਆ ਐਵੇਂ ਹੀ ਜਾ ਰਹੀ ਹੈ। ਗੁਰੂ ਸਾਵਧਾਨਾ ਗੁਰੂ ਸਾਵਧਾਨ ਹੋ ਕੇ ਮੇਰੇ ਵਾਰਾਂ ਤੋਂ ਬਚ ਰਹੇ ਨੇ, ਅਡੋਲ ਨਿਸ਼ਾਨਾ। ਔਰ ਸਾਹਮਣੇ ਅਡੋਲ ਖੜੇ ਨੇ ਮੇਰੇ, ਤਉ ਮੈਂ ਨਹਾਨਾ ਫਿਰ ਵੀ ਨਹੀਂ ਮੈਂ ਮਾਰ ਸਕਿਆ ਗੁਰੂ ਨੂੰ। ਰਹਿਓ ਧਾਰ ਪ੍ਰਾਣਾ ਮੈਂ ਗੁਰੂ ਅਜੇ ਵੀ ਜਿਉਂਦਾ ਹੈ, ਵਿਚਾਰੈ ਉਧਾਰਾ। ਇਹ ਤਾਂ ਸੋਚਦਾ ਹਰੀ ਚੰਦ, ਮਨੋ ਜੁਧ ਹਾਰਾ। ਮਾਨੋ ਮੈਂ ਜੰਗ ਹਾਰ ਗਿਆ, ਮੇਰੇ ਦੋ ਤੀਰ ਖਾਲੀ ਚਲੇ ਗਏ। ਪੁਨੰਗ ਦੇਖਣਾ ਨਾ ਕਹਿੰਦੇ ਫਿਰ ਉਸਨੇ ਤੀਜੀ ਵਾਰੀ ਲਿਓ ਬਾਣ ਪੈਨਾ। ਤੀਜਾ ਤਿੱਖਾ ਤੀਰ ਕਮਾਨ ਚਾੜਿਆ ਪੱਥਿਓਂ ਕੱਢ ਕੇ, ਦੇਖਿਓ ਵਿੱਚ ਛਾਤੀ ਔਰ ਗੁਰੂ ਸਾਹਿਬ ਦੀ ਛਾਤੀ ਦਾ ਨਿਸ਼ਾਨਾ ਲਾਇਆ। ਲਗੇ ਪ੍ਰਾਣ ਘਾਤੀ। ਇਹੋ ਜਿਹਾ ਤੀਰ ਸੀ ਜੇ ਲੱਗ ਜਾਂਦਾ ਤੇ ਥਾਂ ਹੀ ਖਤਮ ਕਰ ਦਿੰਦਾ। ਕਰੇ ਓਜ ਛੋਰਾ ਬੜੇ ਬਲ ਨਾਲ ਕੰਨਾਂ ਨੇ ਖਿੱਚ ਕੇ ਪੂਰੇ ਜ਼ੋਰ ਨਾਲ ਉਹਨੇ ਛੜਿਆ। ਚਲਿਓ ਸ਼ੂਕ ਘੋਰਾ ਸ਼ੂਕ ਦਾ ਹੋਇਆ, ਸਪਾਟੇ ਪਾਂਦਾ ਤੀਰ ਚੱਲਿਆ। ਉਤੀ ਬੰਦ ਪੇਟੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਮਲ ਕਸਾ ਲਾਇਆ ਸੀ, ਕਮਲ ਕਸੇ ਤੇ ਜਿਹੜੀ ਪੇਟੀ ਲਾਈ ਹੋਈ ਸੀ, ਚਹੂ ਉਰੇ ਲਪੇਟੀ। ਉਹ ਸਤਿਗੁਰੂ ਦੇ ਪੇਟ ਦੇ ਆਲੇ ਦੁਆਲੇ ਜੋ ਬੈਲਟ ਲੱਗੀ ਹੋਈ ਸੀ, ਸਰਲ ਅੰਗ ਘਾਤੀ। ਉਹਦੇ ਵਿੱਚ ਆ ਕੇ ਤੀਰ ਵੱਜਾ। ਲਗਿਓ ਵਿੱਚ ਛਾਤੀ। ਮਹਾਰਾਜ ਸੱਚੇ ਪਾਤਸ਼ਾਹ ਦੀ ਬੇਟੀ ਤੇ ਆ ਕੇ ਦਵਾਰਪਾਲ ਤੇ ਲੱਗਾ ਤੀਰ। ਕਹਾਂ ਦਵਾਲ ਭਾਥਾ ਜੋ ਦਵਾਰ ਪੱਥਾ ਸੀਗਾ, ਬੇਟੀ ਕੇ ਸਾਥਾ। ਉਹਦੀ ਬੇਟੀ ਦੇ ਨਾਲ ਗਇਓ ਵੇਦ ਦੋ ਉਹ ਦੋਵਾਂ ਨੂੰ ਵਿੰਨ ਕੇ ਦਵਾਰਪਾਲ ਨੂੰ ਤੇ ਬੇਟੀ ਨੂੰ ਚੀਰ ਕੇ ਚੁਬਿਓ ਚਰਨ ਸੋ। ਜਾ ਕੇ ਗੁਰੂ ਸਾਹਿਬ ਜੀ ਦੇ ਪੇਟ ਵਿੱਚ ਕਹਿੰਦੇ ਮੂਲੀ ਦੀ ਉਹਦੀ ਚੁੱਲ ਜਿਹੜੀ ਹੈ ਨਾ, ਚੁਬੀ ਚਿੰਤ ਚਰਨੋਂ ਕਛਕਾਇ ਨਾ ਆਏ। ਮੂਲੀ ਦੀ ਉਹਦੀ ਜਿਹੜੀ ਚੁੱਲ ਸੀਗੀ ਉਹ ਵੱਜੀ ਜਾ ਕੇ ਸਤਿਗੁਰਾਂ ਦੇ। ਗੁਰੂ ਕਾਪ ਗੇਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪੱਟ ਕੇ ਤੀਰ ਪਰੇ ਸੁੱਟਿਆ ਕਹਿਓ ਤਾਹੇ ਬੇਰਾ। ਤੇ ਗੱਜ ਕੇ ਸੱਚੇ ਪਾਤਸ਼ਾਹ ਕਹਿੰਦੇ ਐ, ਦੋਹਰਾ ਸਾਧ ਸਾਧ ਬਲ ਤੋਹੇ ਕੋ। ਮਹਾਰਾਜ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਹਰੀ ਚੰਦ ਸ਼ਾਬਾਸ਼। ਹਾਂਜੀ, ਜਿਸ ਪਰ ਧਰਤ ਗੁਮਾਨ ਇਹ ਬਸ ਇਸੇ ਵਿਦਿਆ ਦੇ ਹੰਕਾਰ ਕਰਦਾ ਸੀ। ਇਹ ਇੰਨੀ ਕੀ ਤੀਰ ਵਿਦਿਆ ਸਿੱਖੀ। ਕਹਿੰਦੇ ਪਹਾੜੀਆਂ ਵਿੱਚ ਇੱਕ ਯੋਧਾ ਹਰੀ ਚੰਦ ਦਾ ਵਾਰ ਨਹੀਂ ਖਾਲੀ ਜਾਂਦਾ। ਕਿਹੜੀ ਵਿਦਿਆ ਦਾ ਮਾਣ ਕਰਦਾ ਸੀ ਤੂੰ? ਹਾਂਜੀ, ਵਿਦਿਆ ਸਿੱਖੀ ਇਤ ਕਹੀ। ਬਸ ਇੰਨੀ ਕੀ ਵਿਦਿਆ ਸਿੱਖੀ ਹੈ, ਠੋਕੇ ਤੀਰ ਚਲਾਣੇ ਸਿੱਖੇ ਆ ਤੂੰ। ਹਾਂਜੀ, ਕਹਾਂ ਓਜ ਤਜ ਬਾਣ। ਹਾਂ ਸ਼ਾਬਾਸ਼, ਕਮਾਲ ਕੀਤੀ ਤੀਰਅੰਦਾਜ਼ੀ ਦੀ ਤੂੰ। 3 ਵਾਰ ਕੀਤੇ ਤੇ ਸਾਡਾ ਕੋਈ ਵਿਗਾੜ ਨਹੀਂ ਸਕਿਆ ਤੂੰ। ਹਾਂਜੀ, ਸ਼ਸਤਰ ਹਤਲ ਕੋ ਕਿਤ ਰਹਿਓ। ਸ਼ਸਤਰ ਚਲਾਣੇ ਤਾਂ ਇੱਕ ਪਾਸੇ ਰਹੇ, ਘਾਵ ਤਨਕ ਮਹਿ ਪਾਏ। ਮਾਰਨਾ ਤਾਂ ਇੱਕ ਪਾਸੇ ਰਿਹਾ, ਸਾਨੂੰ ਤੂੰ ਜ਼ਖਮੀ ਵੀ ਨਹੀਂ ਕਰ ਸਕਿਆ। ਕਹਾਂ ਕਰੇ ਵਿਸ਼ਵਾਸ ਕੋ। ਕੀ ਕਿਹੜੀ ਚੀਜ਼ ਦਾ ਵਿਸ਼ਵਾਸ ਕਰਦਾ, ਮਾਣ ਕਰਦਾ ਵੀ ਮੈਂ ਬੜਾ ਵੱਡਾ ਧਨੁਰਧਾਰੀ ਹਾਂ। ਲਿਓ ਬਜਾ ਅਰਕਾਏ। ਵੈਰੀ ਨੂੰ ਮਾਰ ਕੇ ਜਿੱਤ ਲੈਣ ਵਾਸਤੇ ਆਇਆ ਸੀ, ਸਾਨੂੰ ਮਾਰਨਾ ਚਾਹੁੰਦਾ ਸੀ ਤੂੰ। 3 ਵਾਰ ਤੈ ਕਰ ਚੁਕਿਓ। 3 ਵਾਰ ਹਰੀ ਚੰਦ ਤੂੰ ਕਰ ਚੁੱਕਾ ਹੈ। ਅਬ ਦੇਹ ਮੇਰੋ ਵਾਰ। ਹੁਣ ਸਾਡੀ ਵਾਰੀ ਹੈ, ਹੁਣ ਮੇਰਾ ਵਾਰ ਦੇ ਕੇ ਜਾਈ। ਦੇਖੋ ਵਿਦਿਆ ਤਨੁਖ ਕੀ। ਆ ਵੇਖ ਧਨੁਸ਼ ਵਿਦਿਆ ਕੀ ਹੁੰਦੀ ਹੈ, ਸ਼ਸਤਰ ਕਿਵੇਂ ਚਲਾਈਦੇ ਨੇ, ਤੀਰ ਕਿਵੇਂ ਚਲਾਈਦੇ ਨੇ। ਜਿਮ ਪਟ ਕਰੇ ਉਚਾਰ। ਜਿਵੇਂ ਸੂਰਮੇ ਕਹਿੰਦੇ ਹੁੰਦੇ ਆ ਵੀ ਵਾਰ ਮਾਰੀਏ ਤੇ ਅਗਲਾ ਪਾਣੀ ਵੀ ਨਾ ਮੰਗੇ, ਉਹਨੂੰ ਕਹਿੰਦੇ ਆ ਵਾਰ। ਐਵੇਂ ਹੀ ਜੇ ਹਵਾ 'ਚ ਤੀਰ ਚਲਾਈ ਜਾਵੇਂ। ਹਰੀ ਚੰਦ ਉਹ ਕਾਹਦੀ ਤੀਰਅੰਦਾਜ਼ੀ ਹੋਈ ਜਿਹੜੀ ਤੂੰ ਵਿਖਾਈ ਹੈ। ਹੁਣ ਅਸੀਂ ਤੈਨੂੰ ਦੱਸਿਆ ਵੀ ਤੀਰ ਕਿਵੇਂ ਚਲਾਈਦੇ ਨੇ। ਲਗਿਓ ਬਾਣ ਕਾਢਿਓ ਜਬੈ। ਇਦਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਿਹੜਾ ਬਾਣ ਲੱਗਾ ਸੀ ਨਾ ਬੇਟੀ 'ਚ, ਉਹ ਕੱਢ ਕੇ ਸਿੱਟ ਦਿੱਤਾ। ਨਿਕਸੀ ਸ਼੍ਰਵਣਤ ਬੁੰਦ। ਉਥੋਂ ਮੂਲੀ ਦੀ ਲਹੂ ਦੀ ਬੂੰਦ ਨਿਕਲੀ ਜਿੱਥੇ ਸੱਚੇ
ਪਾਤਸ਼ਾਹ ਦੇ ਜ਼ਖਮ ਲੱਗਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹਰ ਕੇ ਹਿਰਦੈ ਬਿਲੰਦ, ਬਹੁਤ ਵੀਰ ਰਸ ਵਿੱਚ ਆ ਗਏ ਤੇ ਪ੍ਰਸੰਨ ਹੋ ਕੇ ਛਤਰ ਧਰਮ ਕੋ ਧਾਰ ਕੈ, ਛਤਰੀਆਂ ਵਾਲਾ ਧਰਮ ਧਾਰਨ ਕੀਤਾ ਹੈ। ਛਤਰੀ ਕੋ ਪੂਤ ਹੋਂ ਬਾਹਮਣ ਕੋ ਨੈ, ਕਹਿ ਤਪ ਆਵਤ ਹੈ ਜੋ ਕਰੋ, ਮੇਰੀ ਤਪੱਸਿਆ ਮਾਲਾ ਫੇਰ ਵੀ ਨਹੀਂ, ਮੇਰੀ ਤਪੱਸਿਆ ਮੈਦਾਨੇ ਜੰਗ ਵਿੱਚ ਜੂਝਣਾ ਹੈ। ਹਾਂਜੀ, ਭੈ ਨਾ ਕਰੇ ਬਰ ਵੀਰ, ਨਿਰਭੈ ਜੋਧੇ ਬਾਜਾ ਵਾਲੇ ਸਤਿਗੁਰੂ ਕਲਗੀਧਰ ਜੀ ਮਹਾਰਾਜ ਪੁਨ ਲਿਪ ਸਨਮੁਖ ਦੇਖ ਕੈ, ਦੁਸ਼ਮਣ ਦੇ ਸਾਹਮਣੇ ਦੇਖਿਆ ਹੈ ਸਤਿਗੁਰਾਂ ਨੇ। ਖਰੋ ਖੇਤ ਧਰਤੀ, ਸਾਹਮਣੇ ਹਰੀ ਚੰਦ ਖੜਾ ਹੈ। ਰਸਾਵਲ ਛੰਦ ਜਵੈ ਬਾਣ ਲਾਗਿਓ, ਇਹ ਮਹਾਰਾਜ ਨੇ ਆਪਣੀ ਬਾਣੀ 'ਚ ਵੀ ਲਿਖਿਆ ਤੇ ਕਵੀ ਜੀ ਵੀ ਲਿਖ ਰਹੇ ਨੇ, ਜਵੈ ਬਾਣ ਲਾਗਿਓ, ਜਦੋਂ ਬਾਣ ਲੱਗਾ ਆ ਕੇ ਵਿਖੈ ਕੋਪ ਜਾਗਿਓ, ਉਹਨੂੰ ਵੇਖ ਕੇ ਵੀਰ ਰਸ ਜਾਗ ਪਿਆ। ਲਿਓ ਚਾਂਪ ਆਪੂ, ਆਪਣਾ 9 ਟੰਗਾ ਧਨੁਸ਼ ਪਕੜਿਆ, ਖੱਬੇ ਹੱਥ 'ਚ ਬਾਜਾਂ ਵਾਲੇ ਪਾਤਸ਼ਾਹ ਨੇ, ਮਹਾ ਸ਼ਤਰ ਖਾਪੂ, ਜਿਹੜਾ ਵੈਰੀਆਂ ਦੇ ਵਿੱਚੋਂ 3 ਸਾਲ ਬਾਅਦ ਨਿਘਾ ਦਵੇ, ਕੜਿਓ ਤੀਰ ਤੀਖਾ, ਤਿੱਖਾ ਤੀਰ ਭੱਜੋਂ ਕੱਢਿਆ, ਜੋ ਸਾਪੰ ਸਰੀਖਾ, ਜੋ ਸੱਪ ਦੀ ਤਰ੍ਹਾਂ ਉੱਡਣਾ ਤੇ ਫਣੀਰ ਨਾਗ ਦੀ ਤਰ੍ਹਾਂ ਫੁੰਕਾਰੇ ਮਾਰਨ ਵਾਲਾ ਸੀ। ਗੁਣਮ ਜੋਰ ਤਾਨਾ, ਉਹ ਮਹਾਰਾਜ ਨੇ ਕਮਾਨ ਦੀ ਜੇਬ ਵਿੱਚ ਜੋੜ ਕੇ ਤੰਦੀ ਤੇ ਚਾੜ ਕੇ ਲਗਿਓ ਪਾਨ ਕਾਨਾ, ਤੇ ਕੰਨਾਂ ਦਾ ਹੀ ਮਹਾਰਾਜ ਨੇ ਖਿੱਚ ਲਿਆ। ਹਰੀ ਚੰਦ ਹੀਰਾ, ਸਾਹਮਣੇ ਹਰੀ ਚੰਦ ਦਾ ਨਿਸ਼ਾਨਾ ਲਾਇਆ ਪਾਤਸ਼ਾਹ ਨੇ, ਨਿਸ਼ਾਨੋ ਬਡੇਰਾ, ਬੜਾ ਨਿਸ਼ਾਨੇ ਦੇ ਨਾਲ ਛੜਿਆ ਤੀਰ, ਹਿਰਦੇ ਤੱਕ ਆਛੇ, ਔਰ ਉਹਦੇ ਹਿਰਦੇ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਲ ਦਾ ਨਿਸ਼ਾਨਾ ਲਿਆ, ਰਿਪੂ ਨਾਸ਼ ਬਾਛੇ, ਔਰ ਦੁਸ਼ਮਣ ਦਾ ਨਾਸ਼ ਕਰਨ ਵਾਲੇ ਬਾਜਣ ਵਾਲੇ ਪਾਤਸ਼ਾਹ ਦਾ ਤੀਰ ਚੱਲਿਆ। ਤਜਿਓ ਸ਼ੀਗਰ ਧਾਰੀ, ਜਦੋਂ ਮਹਾਰਾਜ ਨੇ ਚੁਟਕੀ ਤੋਂ ਕਮਾਨ ਛੱਡਿਆ, ਤੀਰ ਛੱਡਿਆ, ਗਇਓ ਬੇਗ ਭਾਰੀ, ਬੜੇ ਬੇਗ ਨਾਲ ਬਿਜਲੀ ਤੋਂ ਹੀ ਤਿੱਖਾ ਤੀਰ ਗਿਆ। ਦਸਿਓ ਨਾਗ ਮਾਨੋ, ਮਾਨੋ ਜਾ ਕੇ ਹਰੀ ਚੰਦ ਨੂੰ ਨਾਗ ਨੇ ਡੰਗ ਲਿਆ ਹੋਵੇ। ਗਿਰਿਓ ਪ੍ਰਾਨ ਹਾਨੋ, ਪਾਰ ਲੰਘਿਆ ਤੀਰ ਤੇ ਧਰਮ ਕਰਕੇ ਹਰੀ ਚੰਦ ਡਿੱਗਾ। ਹਿਰਦਾ ਪੂਰ ਪਾਰਾ, ਉਹਦਾ ਕਾਲਜਾ ਵਿੰਨ ਦਿੱਤਾ, ਉਹਦਾ ਦਿਲ ਪਾੜ ਦਿੱਤਾ ਤੀਰ ਨੇ। ਪਰਿਓ ਜਾਏ ਨਿਆਰਾ, ਔਰ ਪਰਾਂ ਜਾ ਪਿਆ, ਤੀਰ ਸੁੱਕਾ ਹੀ ਲੰਘ ਗਿਆ। ਤਰੂ ਜੋ ਪੁਰਾਨਾ, ਔਰ ਕਹਿੰਦੇ ਉਹਦੇ ਪ੍ਰਾਣ ਪੰਖੇਰੂ ਉੱਡ ਗਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਮਨੋ ਬਾਏ ਹਨ, ਕਹਿੰਦੇ ਪੁਰਾਣਾ ਦਰਖਤ, ਬੜਾ ਪੁਰਾਣਾ ਦਰਖਤ, ਜਿਵੇਂ ਕਿ ਤੂਫਾਨ ਦੇ ਸੁੱਟ ਦਿੱਤਾ ਹੋਵੇ, ਧਰਮ ਕਰਕੇ ਹਰੀ ਚੰਦ ਨੇ ਆਉਣ ਡਿੱਗਾ ਹੈ। ਵਿਖਿਓ ਦੌਣ ਓਰਾ, ਕਹਿੰਦੇ ਦੋਵਾਂ ਪਾਸਿਆਂ ਤੋਂ ਸੂਰਮਿਆਂ ਨੇ ਵੇਖਿਆ, ਕਰਿਓ ਭੂਰ ਸ਼ੋਰਾ, ਬੜਾ ਸ਼ੋਰ ਮਚ ਗਿਆ ਜੰਗ ਘਮਸਾਨ ਦਾ। ਵਟਨ ਹੇਲ ਕਾਲਾ, ਕਹਿੰਦੇ ਯੋਧਿਆਂ ਨੇ ਹਲਾ ਬੋਲ ਦਿੱਤਾ, ਪਠਾਨੇ ਬਿਸਾਲਾ, ਪਠਾਨਾਂ ਨੇ ਵੀ ਪੂਰਾ ਮੁਕਾਬਲਾ ਕੀਤਾ ਗੁਰਸਿੱਖਾਂ ਦਾ। ਗੁਰੂ ਬਾਣ ਮਾਰੇ, ਗੁਰੂ ਸਾਹਿਬ ਤੀਰ ਚਲਾਈ ਜਾਂਦੇ ਨੇ, ਅਨੇਕਾਂ ਸੰਘਾਰੇ, ਅਨੇਕਾਂ ਮਾਰ ਦਿੱਤੇ ਨੇ। ਚਲਿਓ ਅਗਰ ਆਇਓ, ਜਿਹੜਾ ਅੱਗੇ ਆ ਗਿਆ ਤੀਰ ਦੀ ਰੇਂਜ ਵਿੱਚ, ਸੁਜਾਨੇ ਨਾ ਪਾਇਓ, ਉਹ ਜਾ ਨਹੀਂ ਸਕਿਆ ਜਿਉਂਦਾ ਮੁੜ ਕੇ। ਘਨੇ ਘਾਏ ਗੇਰੇ, ਬਹੁਤ ਸਾਰੇ ਤੀਰਾਂ ਨਾਲ ਪਰੋਪਰੋ ਸੁੱਟੇ ਦਸਵੇਂ ਪਾਤਸ਼ਾਹ ਨੇ। ਦ੍ਰਿਸੇ ਮ੍ਰਿਤ ਹੇਰੇ, ਮੌਤ ਨੂੰ ਵੇਖ ਕੇ ਸਭ ਭੈ ਭੀਤ ਹੋ ਗਏ। ਲੈ ਸੂਰ ਮਾਰੀ, ਕਹਿੰਦੇ ਬੜੇ ਬੜੇ ਸੂਰਮੇ ਮਾਰ ਗਏ, ਭਜੇ ਭੀਰ ਭਾਰੀ, ਔਰ ਕਾਇਰ ਭੱਜ ਗਏ। ਕਾ ਲਓ ਚਾਰਾ, ਕਿਥੋਂ ਤੱਕ ਬਿਆਨ ਕਰੀਏ। ਮਰੀ ਲੋਹ ਮਾਰਾ, ਕਹਿੰਦੇ ਲੋਹੇ ਤੇ ਲੋਹਾ ਖੜ ਗਿਆ, ਗੁਰੂ ਜੀਤ ਹੋਈ, ਗੁਰੂ ਸਾਹਿਬ ਦੀ ਜਿੱਤ ਹੋ ਗਈ ਹੈ। ਦਲਨ ਜਾਨ ਦੋਈ, ਦੋਵਾਂ ਦਲਾਂ ਨੇ ਜਾਣ ਲਿਆ, ਭਈ ਜੀਤ ਮੇਰੀ, ਕਿਰਪਾ ਕਾਲ ਕੇਰੀ। ਸੱਚੇ ਪਾਤਸ਼ਾਹ ਮਹਾਰਾਜ ਹਰੀ ਚੰਦ ਨੂੰ ਮਾਰ ਦਿੱਤਾ। ਭਗਾਣੀ ਦਾ ਜੰਗ ਫਤਿਹ ਕਿਵੇਂ ਕੀਤਾ, ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਨਦਾਰ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸੁਰਤ ਅਗੰਮ ਪੂਰਨ ਹੋਏ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ।